वाहिगुरु जी का खालसा वाहिगुरु जी की फतेह। गुरु महाराज सच्चे पातशाह धन धन श्री गुरु ग्रंथ साहिब जी महाराज आपां नूं सच्ची बाणी दा होका देंदे ने। सच्ची बाणी ਉਹਨੂੰ ਕਿਹਾ ਜਾਂਦਾ ਹੈ ਜਿਹੜੀ ਬਾਣੀ ਸੱਚ ਦੇ ਨਾਲ ਮਿਲਾਪ ਕਰਾ ਦੇਵੇ। ਇੱਕ ਕੱਚੀ ਬਾਣੀ ਹੈ, ਇੱਕ ਸੱਚੀ ਬਾਣੀ ਹੈ, ਇੱਕ ਅਨਹਦ ਬਾਣੀ ਹੈ। ਕੱਚੀ ਬਾਣੀ ਜਿਹੜੀ ਤ੍ਰੈ ਗੁਣਾਂ ਦੇ ਵਿੱਚ ਆਪਾਂ ਕਾਲ ਦੀ ਮਾਇਆ ਦੀ ਉਸਤਤ ਕਰਦੇ ਹਾਂ, ਇਹਨੂੰ ਕੱਚੀ ਬਾਣੀ ਕਿਹਾ ਜਾਂਦਾ। ਜਿਹੜੀ ਤ੍ਰੈ ਗੁਣਾਂ ਦੀ ਵਡਿਆਈ ਕੀਤੀ ਜਾਂਦੀ ਹੈ, ਜਿਹਨੂੰ ਕਹਿੰਦੇ ਆ ਸਤਿਗੁਰੂ ਬਿਨਾਂ ਹੋਰ ਸਭ ਕੱਚੀ ਹੈ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ। ਵੀ ਜੇ ਅੰਦਰੋਂ ਨਾਮ ਨਾਦ ਦਾ ਭੇਤ ਹੀ ਨਾ ਆਇਆ ਤੇ ਜਿਵੇਂ ਮਰਜ਼ੀ ਹਰ ਹਰ ਕਰੀ ਜਾਓ, ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਜੇ ਅੰਦਰਲੀ ਬਾਣੀ ਨਹੀਂ ਪ੍ਰਗਟ ਹੋਈ ਤੇ ਫਿਰ ਕੀ ਕਹਿੰਦੇ ਜਪਿਆ ਤੁਸੀਂ? ਜਪਣਾ ਤਾਂ ਹੈ ਕਿ ਸਾਨੂੰ ਗਿਆਨ ਹੋ ਜਾਵੇ ਤੇ ਸਾਡਾ ਅੰਦਰ ਉਹ ਸ਼ਬਦ ਦੇ ਨਾਲ ਮਿਲਾਪ ਹੋ ਜਾਵੇ। ਅਸੀਂ ਉਸ ਪ੍ਰਕਾਸ਼ ਦੇ ਵਿੱਚ ਚਲੇ ਜਾਈਏ ਜਿੱਥੇ ਉਹ ਸ਼ਬਦ ਵੀ ਜਾ ਕੇ ਸਮਾ ਜਾਂਦਾ ਆ। ਅਸੀਂ ਉਸ ਨਿਰੰਕਾਰ ਦੇ ਨਾਲ ਮਿਲਾਪ ਕਰ ਲਈਏ ਜਿਹਦੇ ਅਸੀਂ ਪੁੱਤਰ ਹਾਂ। ਕੱਚੀ ਬਾਣੀ ਕਹਿ ਦਿੱਤਾ ਹੈ ਤ੍ਰੈ ਗੁਣਾਂ ਨੂੰ, ਜੋ ਇਹਨਾਂ ਦੇ ਵਿੱਚ ਵਡਿਆਈ ਭਾਸ਼ਾ ਬੋਲੀ ਜਾਂਦੀ ਹੈ। ਸੱਚੀ ਬਾਣੀ ਕਹਿ ਦਿੱਤਾ ਹੈ ਕਿ ਜਦੋਂ ਆਪਾਂ ਸੱਚ ਨੂੰ ਪਾ ਲੈਂਦੇ ਹਾਂ, ਪਹਿਲਾਂ ਜਦੋਂ ਆਪਾਂ ਸੱਚ ਨੂੰ ਸੰਪਰਕ ਕਰ ਲੈਂਦੇ ਹਾਂ, ਸੱਚ ਦੀ ਆਵਾਜ਼ ਸੁਣ ਲੈਂਦੇ ਹਾਂ, ਮਾਲਕ ਦੇ ਵਿੱਚ ਸਮਾ ਜਾਂਦੇ ਹਾਂ, ਫਿਰ ਉਹਦੇ ਸਨਮੁਖ ਹੋ ਕੇ ਉਹਦੇ ਭੇਤ ਦੇ ਵਿੱਚ ਉਹਦੀ ਵਡਿਆਈ ਦੇ ਵਿੱਚ ਜੋ ਬਚਨ ਕੀਤੇ ਜਾਂਦੇ ਨੇ ਉਹਨਾਂ ਨੂੰ ਸੱਚੀ ਬਾਣੀ ਕਿਹਾ ਜਾਂਦਾ, ਜਿਹਨੂੰ ਗੁਰਬਾਣੀ ਵੀ ਕਹਿ ਦਿੰਦੇ ਆਪਾਂ। ਪਹਿਲਾਂ ਤੁਸੀਂ ਸੱਚ ਨਾਲ ਮਿਲਾਪ ਕਰ ਲਿਆ ਸ਼ਬਦ ਦੀ ਕਮਾਈ ਕਰਕੇ, ਫਿਰ ਤੁਸੀਂ ਸੱਚ ਦੀ ਜੋ ਭੇਤ ਦਿੰਦੇ ਹੋ, ਜੋ ਸੱਚ ਦੀ ਵਡਿਆਈ ਕਰਦੇ ਹੋ, ਜੋ ਸੱਚ ਦਾ ਖਜ਼ਾਨਾ ਖੋਲ੍ਹਦੇ ਹੋ, ਉਹ ਸੱਚੀ ਬਾਣੀ ਹੈ। ਗੁਰਬਾਣੀ ਵੀ ਕਹਿ ਦਿੰਦੇ ਨੇ। ਤੇ ਅਨਹਦ ਬਾਣੀ ਜਿਹੜੀ ਹੈ ਉਹ ਭਾਸ਼ਾ ਦੇ ਵਿੱਚ ਨਹੀਂ ਹੁੰਦੀ, ਜਿਹਨੂੰ ਅਸੀਂ ਵੱਖ-ਵੱਖ ਸਟੇਜ ਤੇ ਨਾਮ ਨਾਦ ਅਨਹਤ ਸ਼ਬਦ ਸਹਿਜ ਧੁਨ ਕਹਿ ਦਿੰਦੇ ਹਾਂ। ਅਨਹਦ ਬਾਣੀ ਜਿਹੜੀ ਹੈ ਉਹਨੂੰ ਪਰਾ ਬਾਣੀ ਕਿਹਾ ਜਾਂਦਾ ਹੈ, ਜਿੱਥੇ ਸਾਡੀ ਭਾਸ਼ਾ ਜਾ ਕੇ ਖਤਮ ਹੋ ਜਾਂਦੀ ਹੈ। ਉਹ ਬਾਣੀ ਸਿਰਫ ਸੁਣੀ ਜਾ ਸਕਦੀ ਹੈ, ਨਾ ਤਾਂ ਉਸ ਬਾਣੀ ਦੇ ਬਾਰੇ ਲਿਖਿਆ, ਉਸ ਬਾਣੀ ਨੂੰ ਲਿਖਿਆ ਜਾ ਸਕਦਾ, ਨਾ ਉਸ ਬਾਣੀ ਨੂੰ ਪੜ੍ਹਿਆ ਜਾ ਸਕਦਾ, ਤੇ ਨਾ ਹੀ ਉਸ ਬਾਣੀ ਨੂੰ ਵੇਖਿਆ ਜਾ ਸਕਦਾ। ਉਹ ਸਿਰਫ ਸੁਣਿਆ ਹੀ ਜਾ ਸਕਦਾ। ਉਹਨੂੰ ਕਹਿ ਦਿੱਤਾ ਅਨਹਦ ਸ਼ਬਦ, ਪਰਾ ਬਾਣੀ, ਅਨਹਤ ਬਾਣੀ। ਜਿਵੇਂ ਜਿਵੇਂ ਅੱਗੇ ਸਟੇਜ 5 ਸ਼ਬਦ ਸਹਿਜ ਤੋਂ ਨਾਦ ਨਾਮ ਤੂਰ, ਅਲੱਗ-ਅਲੱਗ ਆਵਾਜ਼ਾਂ ਦੇ ਵਿੱਚ ਉਹਨੂੰ ਫਿਰ ਅਲੱਗ-ਅਲੱਗ ਨਾਮ ਤੇ ਬੁਲਾਇਆ ਗਿਆ। ਸੋ ਅਸੀਂ ਕੱਚੀ ਬਾਣੀ ਤਾਂ ਬਿਲਕੁਲ ਛੱਡ ਹੀ ਦੇਣਾ, ਕਿਉਂਕਿ ਕੱਚੀ ਬਾਣੀ ਸਾਨੂੰ ਸਜਾ ਦਵਾਉਂਦੀ ਹੈ। ਤ੍ਰੈ ਗੁਣ ਦੇ ਬਚਨ ਸਾਨੂੰ ਸਜਾ ਦਵਾਉਂਦੇ ਨੇ, ਤੇ ਤ੍ਰੈ ਗੁਣ ਦੇ ਵਿੱਚ ਜੇ ਆ ਕੇ ਬਚਨ ਕਰਨੇ ਵੀ ਨੇ ਤੇ ਉਹ ਮਾਲਕ ਦੇ ਹੁਕਮ ਦੇ ਵਿੱਚ ਰਹਿ ਕੇ ਸਮਦ੍ਰਿਸ਼ਟੀ ਦੁਆਰਾ ਕਰਨੇ ਆ। ਮਾਲਕ ਦੇ ਹੁਕਮ ਵਿੱਚ ਰਹਿ ਕੇ, ਕਿਉਂਕਿ ਇੱਧਰ ਦਾ ਵਪਾਰ ਕਰਨਾ ਹੈ, ਰੋਟੀ ਪਾਣੀ ਦਾ ਇੰਤਜ਼ਾਮ ਕਰਨਾ ਹੈ, ਇੱਧਰ ਦੇ ਸੰਜੋਗੀਆਂ ਦੇ ਨਾਲ ਨਿਭਣਾ ਹੈ, ਤੇ ਉਹਦੇ ਲਈ ਇੱਧਰ ਦੀ ਭਾਸ਼ਾ ਤਾਂ ਬੋਲਣੀ ਪਵੇਗੀ। ਉਹ ਫਿਰ ਜਦੋਂ ਨਾਮ ਨਾਦ ਨੂੰ ਸੁਣਦੇ ਹੋਏ ਇੱਧਰ ਦੀਆਂ ਆਪਾਂ ਗੱਲਾਂ ਵਿਚਾਰਾਂ ਕਰਨੇ ਆ, ਉਦੋਂ ਫਿਰ ਜਿਹੜੀ ਆ ਉਹ ਬੋਲੀ ਗਈ ਬਾਣੀ ਉਹ ਪ੍ਰਵਾਨ ਹੋ ਜਾਂਦੀ ਹੈ, ਜਿਹਨੂੰ ਕਹਿੰਦੇ ਨੇ ਹੁਕਮੇ ਬੋਲਣਾ। ਉਹ ਗਮ ਦੇ ਵਿੱਚ ਆ ਕੇ ਜਦੋਂ ਅਸੀਂ ਬੋਲਦੇ ਹਾਂ, ਉਹ ਬੋਲ ਪ੍ਰਵਾਨ ਹੋ ਜਾਂਦਾ ਜਦੋਂ ਸੱਚ ਦੇ ਸਨਮੁਖ ਰਹਿ ਕੇ ਬੋਲਦੇ ਹਾਂ, ਕਿਉਂਕਿ ਫਿਰ ਆਪਾਂ ਭੈ ਦੇ ਵਿੱਚ ਆ ਕੇ ਬੋਲਦੇ ਹਾਂ ਨਾ। ਉਹ ਬੋਲਿਆ ਥਾਂ ਪੈਂਦਾ ਹੈ, ਤੇ ਜੇ ਅਸੀਂ ਸੱਚ ਦੇ ਸਨਮੁਖ ਹੋ ਕੇ ਕਿਸੇ ਨੂੰ ਨਿੰਦਿਆ ਚੁਗਲੀ ਤਾਂ ਕਰ ਨਹੀਂ ਸਕਦੇ, ਕਿਉਂਕਿ ਜਿਉਂ ਹੀ ਤੁਸੀਂ ਨਿੰਦਿਆ ਚੁਗਲੀ ਕਰੋਗੇ ਸੱਚ ਤੋਂ ਬੇਮੁਖ ਹੋ ਜਾਓਗੇ, ਖੁਆਰ ਹੋ ਜਾਓਗੇ। ਸੋ ਇਸ ਕਰਕੇ ਇਹਨਾਂ ਦਾ ਭੇਤ ਲੈਣਾ ਹੈ ਕਿ ਤੁਸੀਂ ਕੀ ਬੋਲ ਰਹੇ ਹੋ। ਕੱਚੀ ਬਾਣੀ ਨੂੰ ਤਾਂ ਛੱਡ ਦਿਓ, ਜੇ ਬਚਨ ਬੋਲਣੇ ਵੀ ਨੇ ਤਾਂ ਨਾਮ ਦੇ ਦਾਇਰੇ ਵਿੱਚ ਆ ਕੇ ਬੋਲੋ। ਸੱਚੀ ਬਾਣੀ ਗੁਰਬਾਣੀ ਵੀ ਹੁੰਦੀ, ਜਿਹੜੀ ਸੱਚ ਦੀ ਉਸਤਤ ਕੀਤੀ ਜਾਂਦੀ, ਜਿਹੜੀ ਸਾਧ ਜਨ ਬੋਲਦੇ ਆ, ਉਹਨੂੰ ਸੱਚੀ ਬਾਣੀ ਕਹਿ ਦਿੱਤਾ, ਸੱਚ ਦੇ ਨਾਲ ਮਿਲਾਪ ਕਰਾਉਂਦੀ। ਤੇ ਉਸ ਤੋਂ ਬਾਅਦ ਅਨਹਦ ਬਾਣੀ ਸਾਡਾ ਮੂਲ ਹੈ, ਉਹਨੂੰ ਪ੍ਰਗਟ ਕਰਨਾ।
ਸ਼ਬਦ ਨੂੰ ਪ੍ਰਗਟ ਕਰਨਾ, ਤੇ ਸ਼ਬਦ ਨੂੰ ਪ੍ਰਗਟ ਕਰਕੇ ਉਹਦੇ ਕਮਾਈ ਕਰਨੀ ਹੈ ਤਾਂ ਕਿ ਉਹਦੇ ਵਿੱਚੋਂ ਸਾਨੂੰ ਸਾਡੀ ਖੁਰਾਕ ਰਸ ਮਿਲਣ ਲੱਗ ਜਾਵੇ। ਤੇ ਫਿਰ ਉਸ ਸ਼ਬਦ ਦਾ ਜਿਹੜਾ ਪ੍ਰਕਾਸ਼ ਹੈ ਉਹਦੇ ਨਾਲ ਅਸੀਂ ਸੰਬੰਧ ਬਣਾ ਲਈਏ। ਸ਼ਬਦ ਦੀ ਇੰਨੀ ਕਮਾਈ ਕਰਨੀ ਤਾਂ ਕਿ ਫਿਰ ਅਗਲੀ ਸਟੇਜ ਪ੍ਰਕਾਸ਼ ਦੀ ਚੱਲੇਗੀ। ਉਹਨੂੰ ਵੇਖ ਵੇਖ ਕੇ ਜਦੋਂ ਅੰਦਰ ਬਾਹਰ ਸ਼ਬਦ ਸੱਚ ਹੀ ਪ੍ਰਗਟ ਹੋ ਗਿਆ, ਰੱਬ ਪ੍ਰਗਟ ਹੋ ਜਾਣਾ। ਤੇ ਜਿਹਨੇ ਰੱਬ ਵੇਖ ਲਿਆ ਪਿੱਛੇ ਕੀ ਰਹਿ ਗਿਆ। ਜਿਹੜੇ ਰੱਬ ਨੂੰ ਅਸੀਂ ਕਹਿੰਦੇ ਹਾਂ ਵੀ ਰੱਬ ਕਿੱਥੇ ਰਹਿੰਦਾ ਹੈ, ਰੱਬ ਕਿਵੇਂ ਮਿਲੇਗਾ, ਉਹ ਸ਼ਬਦ ਦੇ ਰਾਹੀਂ ਰੱਬ ਮਿਲ ਜਾਣਾ। ਜੋ ਮਰਜ਼ੀ ਕਰੀ ਜਾਏ ਜੇ ਫਿਰ ਰੱਬ ਹੀ ਮਿਲ ਗਿਆ। ਜਦੋਂ ਜਿਹਨੇ ਸਾਰੀ ਖੇਲ ਬਣਾਈ, ਜਿਹੜਾ ਕਦੇ ਰੱਬ ਕਰਕੇ ਸੁਣਦੇ ਸੀ, ਕਦੇ ਭਗਵਾਨ ਕਰਕੇ ਸੁਣਦੇ ਸੀ, ਉਹ ਹੀ ਮਿਲ ਜਾਣਾ, ਸ਼ਬਦ ਦੇ ਵਿੱਚ ਸਮਾ ਕੇ ਮਿਲਣਾ। ਫਿਰ ਕੀ ਕਰਨਾ ਤੁਸੀਂ, ਉਹ ਤੁਸੀਂ ਵੇਖੋ। ਰੱਬ ਜਦੋਂ ਮਿਲ ਗਿਆ ਕੀ ਕਰਨਾ, ਉਹਦੀ ਸੇਵਾ ਕਰਨੀ। ਤੇ ਰੱਬ ਦੀ ਸੇਵਾ ਵੇਖ ਵੇਖ ਕੇ ਹੁੰਦੀ। ਉਹਨੂੰ ਸਤਿਗੁਰ ਕਹਿ ਦਿੱਤਾ। ਜਦੋਂ ਉਹਦੀ ਵੇਖ ਕੇ ਸੇਵਾ ਕਰਨੇ ਆ ਉਸ ਸਟੇਜ ਤੇ ਉਹਨੂੰ ਸਤਿਗੁਰ ਕਹਿੰਦੇ ਨੇ, ਸਤਿਪੁਰਖ ਕਹਿੰਦੇ ਨੇ। ਸੋ ਇਸ ਕਰਕੇ ਕੱਲ ਆਪਾਂ ਵਿਚਾਰ ਕੀਤੀ ਸੀ ਕਿ ਜਦੋਂ ਆਪਾਂ ਸੇਵਾ ਕਰਨ ਦੀ ਕੋਸ਼ਿਸ਼ ਕਰਨੇ ਆ, ਗੁਰਬਾਣੀ ਪੜ੍ਹਨ ਦੀ ਕੋਸ਼ਿਸ਼ ਕਰਨੇ ਆ, ਸੰਗਤ ਵਿੱਚ ਆਉਣ ਦੀ ਕੋਸ਼ਿਸ਼ ਕਰਨੇ ਆ, ਗੁਰਮੰਤਰ ਦਾ ਅਭਿਆਸ ਕਰਨੇ ਆ, ਤੇ ਆਂਦੇ ਨੇ ਵੀ ਉਹ ਤ੍ਰੈ ਗੁਣਾਂ ਨੂੰ, ਕੱਚੀ ਬਾਣੀ ਨੂੰ ਇੰਨਾ ਦ੍ਰਿੜ ਕੀਤਾ ਵੀ ਉਹਦੇ ਫੁਰਨੇ ਸਾਡੇ ਚੱਲ ਪੈਂਦੇ ਨੇ। ਫੁਰਨੇ ਕਿਉਂ ਚੱਲਦੇ ਨੇ? ਕਿਉਂਕਿ ਅਸੀਂ ਅੱਜ ਤੱਕ ਤ੍ਰੈ ਗੁਣ ਦੇ ਫੁਰਨਿਆਂ ਨੂੰ, ਇੱਧਰ ਦੇ ਮਾਇਆ ਦੇ ਫੁਰਨਿਆਂ ਨੂੰ ਵਸਾਇਆ ਹੁੰਦਾ ਹੈ ਮਨ ਦੇ ਵਿੱਚ। ਉਹ ਮਨ ਦੇ ਰੋਮਾਂ ਦੇ ਵਿੱਚ ਵਸ ਜਾਂਦੇ ਨੇ। ਕਿਉਂਕਿ ਜਿਵੇਂ ਸੂਖਮ ਹੈ ਨਾ ਇਹ ਖੇਲ, ਸੂਖਮ ਮਨ ਦੇ ਵਿੱਚ ਇਹ ਚੀਜ਼ਾਂ ਵਸ ਜਾਂਦੀਆਂ ਨੇ। ਜਿਉਂ ਹੀ ਮਨ ਇੱਕ ਚਿੱਤ ਹੋਣਾ ਸ਼ੁਰੂ ਕਰਦਾ ਤੇ ਉਹ ਜਿਹੜੀ ਮੈਲ ਲੱਗੀ ਹੈ, ਠੀਕ ਹੈ ਨਾ, ਜਿਸ ਤਰੀਕੇ ਤੁਸੀਂ ਮਾੜੇ ਕੱਪੜੇ ਪਾਏ ਹੋਣ ਉਦੋਂ ਨਹੀਂ ਤੁਹਾਨੂੰ ਮਹਿਸੂਸ ਹੋਣਗੇ। ਤੁਸੀਂ ਕਿਸੇ ਵੱਡੇ ਸ਼ੋਰੂਮ 'ਚ ਚਲੇ ਜਾਓ, ਤੁਸੀਂ ਵਿਆਹ ਸ਼ਾਦੀ 'ਚ ਚਲੇ ਜਾਓ, ਕਿਤੇ ਚਾਰ ਬੰਦੇ ਐਸਿਆਂ 'ਚ ਖੜ੍ਹ ਜਾਓ ਜਿਹੜੇ ਵੈਲ ਪਾ ਕੇ ਕੱਪੜੇ, ਵੈਲ ਕੋਟਡ ਪੈਂਟ ਪਾ ਕੇ ਤੇ ਟਾਈ ਸ਼ਾਈ ਲਾਈ, ਉਹਨਾਂ 'ਚ ਖੜ੍ਹ ਜਾਓ, ਫਿਰ ਮਹਿਸੂਸ ਹੁੰਦਾ ਹੈ ਨਾ ਬਈ ਅਸੀਂ ਤਾਂ ਮਾੜੇ ਤੇ ਮੈਲੇ ਕੱਪੜੇ ਪਾਏ ਹੋਏ ਨੇ। ਇਵੇਂ ਕਰਕੇ ਮਨਮੁਖ ਨੂੰ ਉਨੀ ਦੇਰ ਤੱਕ ਸੋਝੀ ਨਹੀਂ ਆਉਂਦੀ ਜਿੰਨੀ ਦੇਰ ਤੱਕ ਉਹ ਸੰਗਤ 'ਚ ਨਹੀਂ ਆਉਂਦਾ। ਸੰਗਤ 'ਚ ਆ ਕੇ ਪਤਾ ਲੱਗਦਾ ਕਿ ਮੈਂ ਤਾਂ ਨਿੰਦਿਆ 'ਚ, ਚੁਗਲੀ 'ਚ, ਹਉਮੈ ਹੀ, ਹਉਮੈ ਦਾ ਭੇਤ ਹੀ ਸੰਗਤ ਵਿੱਚ ਆ ਕੇ ਪਤਾ ਲੱਗਦਾ ਕਿ ਅਸੀਂ ਤਾਂ ਹਉਮੈ 'ਚ ਆ। ਜੇ ਸੰਗਤ 'ਚ ਨਾ ਜਾਓਗੇ ਆਪਦੀ ਹਉਮੈ ਹੀ ਨਹੀਂ ਬੰਦਾ ਬੁੱਝ ਸਕਦਾ। ਆਪਦੇ ਆਪ ਨੂੰ ਬਹੁਤ ਸਿਆਣਾ ਗਿਣਦਾ ਵੀ ਮੇਰੇ ਵਿੱਚ ਤਾਂ ਕਮੀ ਹੈ ਹੀ ਨਹੀਂ, ਕੋਈ ਗੁਣ ਹੀ ਗੁਣ ਨੇ। ਉਹ ਤਾਂ ਸੰਗਤ 'ਚ ਜਾ ਕੇ ਜਦੋਂ ਭੇਤ ਆਉਂਦਾ ਹੈ, ਸੰਗਤ ਹੋਵੇ ਸੱਚ ਦੀ। ਸੰਗਤ ਕਿਹੜੀ ਕਰਨੀ ਹੈ? ਕਹਿੰਦੇ ਸਤ ਸੰਗਤ ਕੈਸੀ ਜਾਣੀ ਹੈ? ਕਹਿੰਦੇ ਜਿੱਥੇ ਇੱਕੋ ਨਾਮ ਵਿਖਾਣੀ ਹੈ, ਜਿੱਥੇ ਇੱਕ ਨਾਮ ਉਸ ਸ਼ਬਦ ਸਹਿਜ ਤੋਂ ਦੀ ਉਸਤਤ ਕੀਤੀ ਜਾਵੇ, ਉਹ ਸੰਗਤ ਕਰਨੀ ਹੈ। ਦੂਜੀ ਸੰਗਤ ਦੇ ਚੱਕਰਾਂ 'ਚ ਨਾ ਪੈ ਜਾਏ ਜਿੱਥੇ ਨਿੰਦਾ ਚੁਗਲੀ ਕੀਤੀ ਜਾਂਦੀ ਹੈ, ਧੜੇ ਬਣਾਏ ਜਾਂਦੇ ਨੇ, ਕਿਸੇ ਨੂੰ ਭੰਡਿਆ ਜਾਂਦਾ। ਉਹ ਸੰਗਤ ਨਹੀਂ ਹੁੰਦੀ, ਉਹ ਤਾਂ ਛਪੜੀ ਹੁੰਦੀ ਹੈ। ਉਹਨੂੰ ਛਪੜੀ ਕਹਿ ਦਿੱਤਾ ਗਿਆ। ਉਹ ਸਰਵਰ ਦਾ ਇਸ਼ਨਾਨ ਨਹੀਂ, ਛਪੜੀ ਦਾ ਇਸ਼ਨਾਨ ਕਰੋਗੇ। ਉਹਨੂੰ ਛਪੜੀ ਦਾ ਇਸ਼ਨਾਨ, ਉਹ ਬਗਲਾ ਜਿਹੜਾ, ਉਹਨੂੰ ਸੰਤ ਨਹੀਂ, ਉਹਨੂੰ ਬਗਲਾ ਕਹਿੰਦੇ ਨੇ। ਜਿਹਨੂੰ ਕਹਿੰਦੇ ਨੇ ਕਿਆ ਬਗ ਬਪੜਾ ਛਪੜੀ ਨਹਾਏ, ਕੀਚੜ ਡੁੱਬੇ ਮੈਲ ਨਾ ਜਾਏ। ਉਹਨੇ ਛਪੜੀ 'ਚ ਨਵਾਉਣਾ ਹੈ, ਕੀਚੜ 'ਚ ਡਬੋਵੇਗਾ, ਚਿੱਕੜ 'ਚ ਡਬੋਈ ਜਾਏਗਾ ਤੇ ਉਹਦੇ ਨਾਲ ਮੈਲ ਤਾਂ ਜਾਣੀ ਨਹੀਂ, ਸਗੋਂ ਚੜ੍ਹੇਗੀ। ਫਿਰ ਆਪਾਂ ਵੇਖਿਆ ਸੀਗਾ ਕਿ ਜਿਹੜਾ ਫੁਰਨਾ ਹੈ ਆਪਾਂ ਨੂੰ, ਉਹ ਆਕਾਸ਼ ਤੱਤ ਦੇ ਵਿੱਚੋਂ ਆਉਂਦਾ। ਫਿਰ ਚਲੋ ਕੱਲ ਬਾਅਦ 'ਚ ਵੀ ਵਿਚਾਰ ਕਰਦੇ ਰਹੇ, ਸਮਾਂ ਘਟ ਗਿਆ ਸੀਗਾ। ਅੱਜ ਮੈਂ ਸ਼ੁਰੂ 'ਚ ਹੀ ਉਹੀ ਵਿਚਾਰ ਸੁਣ ਲਈਏ। ਆਕਾਸ਼ ਤੱਤ ਦੇ ਵਿੱਚੋਂ ਜਦੋਂ ਫਿਰ ਫੁਰਨਾ ਆਉਂਦਾ ਹੈ ਤੇ ਫਿਰ ਜਿਹੜੇ ਇੱਥੇ ਡਿਪਰੈਸ਼ਨ, ਤਣਾਅ, ਟੈਨਸ਼ਨ ਹੁੰਦੀ ਹੈ, ਇਹਦਾ ਕਾਰਨ ਡਾਕਟਰ ਸਾਹਿਬਾਨ ਨੂੰ ਅੱਜ ਤੱਕ ਨਹੀਂ ਪਤਾ ਲੱਗਾ। ਪਰ ਗੁਰਬਾਣੀ 'ਚ ਖੋਜ ਕੇ, ਆਪ ਖੋਜੋਗੇ, ਪਤਾ ਲੱਗੇਗਾ ਟੈਨਸ਼ਨ ਹੁੰਦੀ ਕਿਉਂ ਹੈ। ਜਦੋਂ ਤੁਹਾਡੇ ਅੰਦਰ ਆਕਾਸ਼ ਜਿਹੜਾ ਤੱਤ, ਪੰਜਵਾਂ ਤੱਤ ਆਕਾਸ਼ ਹੈ, ਸਾਡੀ ਦੇਹੀ ਪੰਜ ਤੱਤਾਂ ਦੀ ਬਣੀ ਹੈ। ਜਦੋਂ ਤੁਹਾਡੀ ਦੇਹੀ ਦੇ ਵਿੱਚ, ਆਕਾਸ਼ ਦੇ ਵਿੱਚ ਪ੍ਰਦੂਸ਼ਣ ਹੋ ਜਾਏਗਾ, ਉਦੋਂ ਘੁੱਪ ਹਨੇਰਾ ਹੋ ਜਾਏਗਾ ਤੇ ਉਦੋਂ ਫਿਰ ਜਿਹੜੇ ਆ ਫੁਰਨੇ ਵੱਧ ਜਾਂਦੇ ਆ। ਜਿਵੇਂ ਬਾਹਰ ਪ੍ਰਦੂਸ਼ਣ ਹੋ ਜਾਵੇ, ਜਦੋਂ ਆ ਹੁਣ ਝੋਨੇ ਦਾ, ਹੁਣ ਜਿਵੇਂ ਪਰਾਲੀ ਨੂੰ ਕਈ ਲੋਕ ਅੱਗਾਂ ਲਾਉਂਦੇ ਨੇ, ਹੁਣ ਸੀਜ਼ਨ ਹੋ ਗਿਆ ਅਕਤੂਬਰ ਨਵੰਬਰ ਦੇ ਵਿੱਚ, ਅਕਤੂਬਰ ਨਵੰਬਰ 'ਚ ਪੂਰੀਆਂ ਵੱਢੀਆਂ ਜਾਣਗੀਆਂ ਤੇ ਕਿੰਨਾ ਪੋਲਿਊਸ਼ਨ ਹੋ ਜਾਂਦਾ ਤੇ ਆਕਾਸ਼ 'ਚ ਘੁੱਪ ਹਨੇਰਾ ਹੋ ਜਾਂਦਾ ਤੇ ਕਿਵੇਂ ਆਪਾਂ ਨੂੰ ਘੁੱਟਣ ਮਹਿਸੂਸ ਹੋਣ ਲੱਗਦੀ ਹੈ, ਬਿਮਾਰੀਆਂ ਫੈਲ ਜਾਂਦੀਆਂ ਨੇ, ਫੁਰਨੇ ਵੱਧ ਜਾਂਦੇ ਨੇ। ਇਸੇ ਤਰੀਕੇ ਜਦੋਂ ਫੁਰਨੇ ਇੰਨੇ ਕੁ ਵੱਧ ਜਾਂਦੇ ਨੇ, ਤ੍ਰੈ ਗੁਣ ਇੱਕ ਮੈਲ ਨੇ। ਗੁਰਮੁਖੋ ਤ੍ਰੈ ਗੁਣਾਂ 'ਚ ਜਿੰਨਾ ਤੁਸੀਂ ਵਪਾਰ ਕਰੋਗੇ, ਤ੍ਰੈ ਗੁਣ ਮੈਲ ਹੈ, ਮਾਇਆ ਹੈਗੀ ਮੈਲ ਹੈ। ਉਹ ਮੈਲ ਇੰਨੀ ਅੰਦਰ ਵੱਧ ਜਾਂਦੀ ਏ ਆਕਾਸ਼ ਦੇ ਵਿੱਚ, ਆਕਾਸ਼ ਤੱਤ ਦੇ ਵਿੱਚ ਪੋਲਿਊਸ਼ਨ ਹੋਣ ਕਰਕੇ ਉਹਦਾ ਲੋਡ ਜਿਹੜਾ ਨਾੜਾਂ ਤੇ ਪੈਂਦਾ। ਜਿਵੇਂ ਹੁਣ ਆਸਮਾਨ 'ਚ ਪ੍ਰਦੂਸ਼ਣ ਹੋ ਜਾਏ, ਫਿਰ ਕੀ ਉਹ ਲੋਡ ਸਾਰਾ ਧਰਤੀ ਤੇ ਪੈਂਦਾ ਨਾ। ਸਕਿਨ ਦੀਆਂ ਬਿਮਾਰੀਆਂ, ਅੱਖਾਂ ਦੀਆਂ ਬਿਮਾਰੀਆਂ, ਕੰਨ ਦੀਆਂ ਬਿਮਾਰੀਆਂ, ਸਾਹ ਦੀਆਂ ਬਿਮਾਰੀਆਂ ਪੈਦਾ ਹੋ ਜਾਂਦੀਆਂ। ਇਸੇ ਤਰੀਕੇ ਜਦੋਂ ਤੱਤਾਂ ਤੇ ਲੋਡ ਪੈਂਦਾ, ਲੋਡ ਪਿਆ ਤੱਤਾਂ ਤੇ, ਫਿਰ ਉਹ ਅੰਦਰੋਂ ਜਿਹੜੀ ਇੰਨਾ ਪੋਲਿਊਸ਼ਨ ਹੋ ਜਾਂਦਾ ਹੈ। ਫੁਰਨਿਆਂ ਦਾ ਵੀ ਪੋਲਿਊਸ਼ਨ ਹੁੰਦਾ ਹੈ, ਇਹ ਨੈਗੇਟਿਵਿਟੀਜ਼ ਦੀਆਂ ਰੇਜ਼ ਹੋ ਜਾਂਦੀਆਂ ਨੇ।
ਉਹ ਫਿਰ ਡਿਪਰੈਸ਼ਨ ਵੱਧ ਜਾਂਦਾ, ਨੀਂਦ ਉੱਡ ਜਾਂਦੀ ਹੈ। ਤੇ ਡਾਕਟਰ ਕੀ ਕਰਦੇ ਨੇ, ਉਹ ਵੱਧੋ ਵੱਧ ਇੱਕ ਗੋਲੀ ਦੇ ਦਿੰਦੇ ਨੇ। ਉਹ ਗੋਲੀ ਜਿਹੜੀ ਆ ਉਹ ਅੰਦਰ ਜਾ ਕੇ ਥੋੜ੍ਹਾ ਜਿਹਾ ਉਹ ਨਾੜਾਂ ਦੇ ਵਿੱਚ ਨੋਰਮਲ ਜਿਹਾ ਉਹਨਾਂ ਨੂੰ ਕਰ ਦਿੰਦੀ ਹੈ, ਉਹਨਾਂ ਦੇ ਵਿੱਚ ਥੋੜ੍ਹੀ ਗਰਮੈਸ਼ ਵਧਾ ਕੇ ਉਹਨਾਂ ਦੀ ਸਫਾਈ ਕਰ ਦਿੰਦੀ ਹੈ। ਪਰ ਉਹ ਪੋਲਿਊਸ਼ਨ ਤਾਂ ਉੱਥੇ ਹੀ ਬਰਕਰਾਰ ਰਹਿੰਦਾ, ਜਿੰਨੀ ਦੇਰ ਤੱਕ ਗੋਲੀ ਦਾ ਅਸਰ ਰਹਿੰਦਾ ਉਹ ਸਫਾਈ ਰਹਿੰਦੀ, ਨਾੜਾਂ 'ਚ ਨੀਂਦ ਆ ਜਾਂਦੀ ਹੈ। ਜਦੋਂ ਫਿਰ ਉਹ ਅਸਰ ਖਤਮ ਹੋਇਆ, ਅਸਮਾਨ ਦੇ ਵਿੱਚ ਅੰਦਰ ਖਾਲੀ ਖਿਲਾ ਦੇ ਵਿੱਚ ਇੰਨਾ ਪੋਲਿਊਸ਼ਨ ਹੈ, ਉਹ ਫਿਰ ਉਵੇਂ ਹੀ ਲੋਡ ਪੈ ਜਾਂਦਾ। ਸੋ ਸਾਨੂੰ ਕਿੱਥੋਂ ਪਤਾ ਲੱਗਾ ਵੀ ਅਸਮਾਨ ਤੱਤ ਵਿੱਚ ਫੁਰਨਾ ਆਉਂਦਾ ਹੈ। ਫੁਰਨਾ ਰਿਐਕਟ ਕਿਵੇਂ ਹੁੰਦਾ ਹੈ ਵੀ ਆਸਮਾਨ ਤੱਤ 'ਚ ਤਾਂ ਉਵੇਂ ਵੀ ਅਸੀਂ ਰਹਿੰਦੇ ਹਾਂ, ਪਰ ਫੁਰਨੇ ਵੱਧ ਕਿਉਂ ਜਾਂਦੇ ਨੇ? ਅਸਮਾਨ ਤੱਤ ਵਿੱਚ ਫੁਰਨਾ ਆਇਆ ਕਿੱਥੋਂ ਆਇਆ? ਕਾਲ ਤੋਂ ਫੁਰਨਾ ਸ਼ੁਰੂ ਹੁੰਦਾ ਹੈ। ਪੰਜ ਸਾਨੂੰ ਦਿੰਦੇ ਆ, ਆਕਾਸ਼ ਤੱਤ ਦੇ ਰਾਹੀਂ ਦਿੰਦੇ ਆ, ਫਿਰ ਕੰਨਾਂ ਦੇ ਰਾਹੀਂ, ਜੇ ਤੁਹਾਡੀ ਸੁਰਤੀ ਕੰਨਾਂ ਵਿੱਚ ਇੱਧਰਲਿਆਂ 'ਚ ਹੋਵੇਗੀ, ਉਹ ਫੁਰਨਾ ਤੁਸੀਂ ਚੁੱਕਿਆ ਤੇ ਮਨ ਦੇ ਵਿੱਚ ਸੁਰਤ ਦੇ ਰਾਹੀਂ ਪ੍ਰਵੇਸ਼ ਹੋ ਗਿਆ। ਫਿਰ ਉਹ ਪੋਲਿਊਟਡ ਹੋਇਆ ਆ, ਪੋਲਿਊਟਡ ਹੋਏਗਾ ਤੇ ਉਹਦਾ ਲੋਡ ਪਵੇਗਾ। ਆਕਾਸ਼ ਤੱਤ ਦਾ ਕਿੱਥੇ ਲੋਡ ਪੈਂਦਾ ਹੈ? ਜਦੋਂ ਫੁਰਨੇ ਵੱਧ ਜਾਂਦੇ ਆ, ਧਰਤੀ ਤੱਤ ਤੇ, ਸਰੀਰ ਤੇ ਪੈ ਗਿਆ ਲੋਡ। ਧਰਤੀ ਤੇ ਕਿਉਂ ਲੋਡ ਪੈਂਦਾ? ਕਿਉਂਕਿ ਗਰਮੀ ਵੱਧ ਜਾਂਦੀ ਹੈ। ਠੀਕ ਹੈ, ਪਿੱਛੇ ਆਉਂਦੇ ਜਾਓ। ਆਕਾਸ਼ ਤੱਤ 'ਚੋਂ ਫੁਰਨਾ ਆਇਆ, ਸਰੀਰ ਤੇ ਲੋਡ ਪਿਆ। ਸਰੀਰ ਤੇ ਕਿਉਂ ਲੋਡ ਪਿਆ? ਗਰਮੈਸ਼ ਵੱਧ ਗਈ ਅੰਦਰ। ਗਰਮੈਸ਼ ਕਿਉਂ ਵਧੀ? ਪਾਣੀ ਦਾ ਸੰਤੁਲਨ ਵਿਗੜ ਗਿਆ। ਤੇ ਪਾਣੀ ਦਾ ਸੰਤੁਲਨ ਕਿਉਂ ਵਿਗੜਿਆ? ਪਵਨ ਦਾ ਸੰਤੁਲਨ ਖਰਾਬ ਹੋ ਗਿਆ। ਮੇਨ ਕਿੱਥੋਂ ਮੇਨ ਦਾ ਇਹਦਾ ਫਿਰ ਕੀ ਟੌਪਿਕ ਆਇਆ? ਜਦੋਂ ਤੁਹਾਡੇ ਅੰਦਰ ਪਵਨ ਦਾ ਸੰਤੁਲਨ ਵਿਗੜ ਜਾਏਗਾ, ਉਦੋਂ ਤੁਹਾਡੇ ਅੰਦਰ ਫੁਰਨਿਆਂ ਦਾ ਜ਼ੋਰ ਵੱਧ ਜਾਏਗਾ। ਇਸ ਕਰਕੇ ਆਪਾਂ ਕੀ ਕਿਹਾ ਹੈ? ਸਾਸ ਗ੍ਰਾਸ ਸਿਮਰਨ ਕਰਕੇ, ਹੋਰ ਵੀ ਅਨੇਕਾਂ ਵਿਧੀਆਂ ਦੱਸੀਆਂ ਨੇ ਵੀ ਸਾਸ ਗ੍ਰਾਸ ਸਿਮਰਨ ਕਰੋ, ਧੁਨ ਵਿੱਚ ਧਿਆਨ ਧਰ ਕੇ ਸਿਮਰਨ ਕਰੋ। ਜਿਹੜਾ ਪੌਣ ਦਾ ਸੰਤੁਲਨ ਹੈ ਉਹਨੂੰ ਵਿਗੜਨ ਨਾ ਦਿਓ। ਜਦੋਂ ਪੌਣ ਸਹੀ ਚੱਲੇਗੀ, ਪਾਣੀ ਤੱਤ ਸਹੀ ਰਹੇਗਾ, ਪਾਣੀ ਤੱਤ ਸਹੀ ਰਹੇਗਾ, ਅਗਨ ਤੱਤ ਸਹੀ ਰਹੇਗਾ, ਅਗਨ ਤੇ ਧਰਤੀ ਸੁਖੀ ਹੈ, ਤੇ ਆਕਾਸ਼ ਤੱਤ ਵਿੱਚ ਆਉਣ ਵਾਲੇ ਫੁਰਨੇ ਖਤਮ ਹੋ ਜਾਣਗੇ। ਠੀਕ ਹੈ, ਜ਼ਰੂਰੀ ਫੁਰਨਾ ਆਵੇਗਾ। ਪੌਣ ਨੂੰ ਸੈੱਟ ਰੱਖੋ। ਦੂਜਾ ਪੁਆਇੰਟ, ਤੁਹਾਡੇ ਅੰਦਰ ਇੰਨੇ ਫੁਰਨੇ ਵੱਧ ਗਏ ਨੇ ਕਿ ਕਈ ਜਿਹੜੇ ਜੀਵ ਜਿਹੜੇ ਪਾਗਲ ਹੁੰਦੇ ਨੇ ਨਾ, ਉਹ ਇਸ ਤਰੀਕੇ ਫੁਰਨੇ, ਆਕਾਸ਼ ਤੱਕ 'ਚ ਇੰਨਾ ਪੋਲਿਊਸ਼ਨ ਹੋ ਜਾਂਦਾ, ਫੁਰਨਿਆਂ ਦਾ ਇੰਨਾ ਦਬਾਅ ਬਣ ਜਾਂਦਾ, ਡਿਪਰੈਸ਼ਨ ਜਿਹਨੂੰ ਆਪਾਂ ਬੋਲਦੇ ਹਾਂ। ਡਿਪਰੈਸ਼ਨ ਦਾ ਕਾਰਨ ਹੈ ਆਕਾਸ਼ ਸਾਡੇ ਅੰਦਰ ਖਾਲੀ ਖਿਲਾ ਦੇ ਵਿੱਚ ਇੰਨੇ ਫੁਰਨੇ ਵੱਧ ਜਾਣੇ। ਫਿਰ ਆਪਾਂ ਬਾਹਰ ਦੇਖਦੇ ਹਾਂ, ਬਾਹਰੋਂ ਮਿਸਾਲ ਲਓ ਕਿ ਜਿੱਦਾਂ ਆਕਾਸ਼ ਦਾ ਸੰਤੁਲਨ ਜਦੋਂ ਬਹੁਤ ਵਿਗੜ ਜਾਂਦਾ, ਆਪਾਂ ਦੇਖਦੇ ਹਾਂ ਕਿੰਨਾ ਪੋਲਿਊਸ਼ਨ ਹੋ ਗਿਆ। ਉਦੋਂ ਕੀ ਹੁੰਦਾ? ਫਿਰ ਮੀਂਹ ਆਉਂਦਾ ਨਾ, ਮੀਂਹ ਆਉਂਦਾ ਨਾਲ ਹਨੇਰੀ ਚੱਲਦੀ ਹੈ, ਮੀਂਹ ਆਉਂਦਾ ਤੇ ਉਹ ਸੰਤੁਲਨ ਫਿਰ ਮੀਂਹ ਪੈ ਕੇ ਹੀ ਆਪਾਂ ਕਹਿੰਦੇ ਹਾਂ ਨਾ ਵੀ ਹੁਣ ਤਾਂ ਮੀਂਹ ਪੈ ਜੇ ਤੇ ਅਸਮਾਨ ਸਾਫ਼ ਹੋਵੇਗਾ। ਇਸੇ ਤਰੀਕੇ ਉਹ ਤੁਹਾਡੇ ਅੰਦਰ ਜਦੋਂ ਫੁਰਨਿਆਂ ਦਾ ਦਬਾਅ ਵੱਧ ਗਿਆ ਹੈ, ਤੁਹਾਨੂੰ ਬਿਲਕੁਲ ਬਹੁਤ ਜ਼ਿਆਦਾ ਟੈਨਸ਼ਨ ਤਣਾਅ ਹੋ ਗਈ ਹੈ, ਮੀਂਹ ਪਾਓ ਅੰਦਰ। ਬਾਹਰੋਂ ਵੇਖੋ ਮੀਂਹ ਕਿਵੇਂ ਪੈਂਦਾ। ਬਾਹਰੋਂ ਮੀਂਹ ਪੈਂਦਾ ਹੈ ਕਿ ਜਿਹੜਾ ਸਮੁੰਦਰ ਹੈ, ਮਾਲਕ ਕੀ ਕਰਦਾ ਹੈ? ਗਰਮੈਸ਼ ਵਧਾ ਕੇ ਸਮੁੰਦਰ ਦਾ ਪਾਣੀ ਜਿਹੜਾ ਆ ਉਹ ਇਵੈਪੋਰੇਟ ਕਰ ਲੈਂਦਾ। ਜਦੋਂ ਗਰਮੈਸ਼ ਵੱਧਦੀ ਏ, ਸਮੁੰਦਰ ਦਾ ਜਿਹੜਾ ਪਾਣੀ ਹੈ ਉਹ ਇਵੈਪੋਰੇਸ਼ਨ ਹੋ ਕੇ ਗਰਮੈਸ਼ ਦੇ ਰਾਹੀਂ, ਗਰਮ ਹਵਾ ਦੇ ਰਾਹੀਂ ਉੱਤੇ ਅਸਮਾਨ ਦੇ ਵਿੱਚ ਜਾਂਦਾ ਹੈ। ਠੀਕ ਹੈ, ਉਹਨੂੰ ਫਿਰ ਪਾਉਣ ਦੇ ਰਾਹੀਂ ਬੱਦਲਾਂ ਦੇ ਵਿੱਚ ਸਟੋਰੇਜ ਕਰਕੇ, ਉਹ ਪਾਣੀ ਜਿਹੜਾ ਬੱਦਲਾਂ 'ਚ ਸਟੋਰ ਹੋ ਗਿਆ, ਉਹਨੂੰ ਹਵਾ ਦੇ ਨਾਲ ਉਡਾ ਕੇ ਲਿਆ ਕੇ ਜਿੱਥੇ ਸੰਤੁਲਨ ਵਿਗੜਿਆ ਹੋਇਆ ਹੈ ਉੱਥੇ ਉਹ ਪਾਣੀ ਪਾ ਦਿੰਦਾ। ਸਮੁੰਦਰ 'ਚੋਂ ਪਾਣੀ ਚੁੱਕਿਆ, ਗਰਮੈਸ਼ ਵਧਾ ਕੇ ਉਹ ਪਾਣੀ ਉੱਤੇ ਬੱਦਲ ਦੇ ਵਿੱਚ ਗਿਆ, ਬੱਦਲ ਦੇ ਵਿੱਚ ਇਕੱਠਾ ਹੋ ਗਿਆ, ਉਹਨੂੰ ਹਵਾ ਦੇ ਨਾਲ ਉਡਾਇਆ, ਜਿੱਥੇ ਲਿਆ ਕੇ ਸੰਤੁਲਨ ਖਰਾਬ ਉੱਥੇ ਪਾਤਾ। ਇਵੇਂ ਮੀਂਹ ਆਉਂਦਾ। ਇਸੇ ਤਰੀਕੇ ਉਹੀ ਜੁਗਤੀ ਲਾਓ। ਹੁਣ ਸਭ ਤੋਂ ਪਹਿਲਾਂ ਗਰਮੈਸ਼ ਵਧਾਓ। ਗਰਮੈਸ਼ ਕਿੱਥੇ ਆ? ਇੰਨੀ ਵੀ ਨਹੀਂ ਵਧਾਉਣੀ ਵੀ ਉਹ ਪਾਣੀ ਸੜ ਜਾਵੇ। ਤੁਹਾਡੀ ਨਾਭ ਕਾਠ ਦੇ ਨੀਚੇ ਬ੍ਰਹਮ ਅਗਨ ਹੈ। ਤੁਸੀਂ ਸਾਸ ਗ੍ਰਾਸ ਸਿਮਰਨ ਕਰੋਗੇ, ਇੱਥੇ ਗਰਮੈਸ਼ ਵਧੀ ਤੇ ਨਾਭ ਕਾਠ ਦੇ ਥੱਲੇ ਹੀ ਕੀ ਕਹਿੰਦੇ ਨੇ? ਅੰਤਰ ਅੰਮ੍ਰਿਤ ਖੂੰਟਾ ਭਰਿਆ, ਸਭ ਦੇ ਕੱਢ ਗਏ ਭਨਿਹਾਰੀ। ਇੱਥੇ ਨਾਭ ਕਾਠ ਤੇ ਹੀ ਅੰਮ੍ਰਿਤ ਰਸ ਹੈ। ਜਦੋਂ ਬ੍ਰਹਮ ਅਗਨ ਸਹਿਜੇ ਪਰਜਾਲੀ, ਇੱਕ ਹੈ ਚੋਟ ਸਦਾਇਆ। ਬ੍ਰਹਮ ਅਗਨ ਸਹਿਜ ਸਭਾਏ ਪ੍ਰਗਟ ਹੋਏਗੀ। ਇੱਥੋਂ ਜਿਹੜਾ ਅੰਮ੍ਰਿਤ ਰਸ ਹੈ ਤੇ ਹੁਣ ਹਵਾ ਦੇ ਰਾਹੀਂ ਚੁੱਕਣਾ। ਹਵਾ ਕਿਹੜੀਆਂ ਨੇ? ਸਵਾਸਾਂ ਦਾ ਨੇਤਰ ਹੈ। ਸਵਾਸਾਂ ਦੇ ਰਾਹੀਂ ਤੁਸੀਂ ਉਸ ਜਿਹਨੂੰ ਬੱਦਲਾਂ ਦੇ ਵਿੱਚ ਜਿਵੇਂ ਚੁੱਕਦਾ ਹੈ, ਬ੍ਰਹਮ ਅਗਨ ਪ੍ਰਗਟ ਹੋਈ, ਉੱਥੇ ਰਸ ਪ੍ਰਗਟ ਹੋਇਆ। ਰਸ ਨੂੰ ਤੁਸੀਂ ਸਵਾਸਾਂ ਦੇ ਰਾਹੀਂ ਚੁੱਕ ਕੇ ਅੰਦਰ ਜੀਵਾ ਦੇ ਵਿੱਚ ਲਿਆ ਕੇ ਤੇ ਉਹਨੂੰ ਅੰਦਰ ਬ੍ਰਹਮ ਵਰਖਾ ਕਰ ਦਿੱਤੀ। ਠੀਕ ਹੈ, ਜਿਵੇਂ ਹੀ ਤੁਸੀਂ ਗਰਮੈਸ਼ ਨੂੰ ਵਧਾ ਕੇ ਨਾਭੀ ਤੋਂ ਅੰਮ੍ਰਿਤ ਰਸ ਨੂੰ ਚੁੱਕ ਕੇ ਅੰਦਰ ਪਾਓਗੇ, ਜਿੰਨਾ ਅੰਮ੍ਰਿਤ ਵਰਖਾ ਤੁਹਾਡੇ ਅੰਦਰ ਹੋਵੇਗੀ, ਉਹਨੂੰ ਅੰਮ੍ਰਿਤ ਨੂੰ ਕੱਢਦੇ ਜਾਓਗੇ, ਉਹ ਤੁਹਾਡੇ ਅੰਦਰ ਜਾਵੇਗੀ ਤੇ ਜਿਹੜਾ ਅੰਦਰ ਵਾਯੂ ਪ੍ਰਦੂਸ਼ਣ ਹੋਇਆ ਪਿਆ, ਜਿਹੜਾ ਫੁਰਨਿਆਂ ਦਾ ਪ੍ਰਦੂਸ਼ਣ ਹੋਇਆ ਪਿਆ, ਉਹ ਅੰਮ੍ਰਿਤ ਰਸ ਧੋ ਦੇਗਾ। ਦੂਜੀ ਗੱਲ ਵੀ ਆਹ ਖਾਲੀ ਖਿਲਾ ਦੇ ਵਿੱਚ ਜਦੋਂ ਦਿਵ ਦ੍ਰਿਸ਼ਟੀ ਦੁਆਰਾ ਦੇਖੋਗੇ, ਅੱਖਾਂ ਖੋਲ ਕੇ ਜਾਂ ਬੰਦ ਕਰਕੇ, ਇਹਦੇ ਵਿੱਚ ਹਰ ਟਾਈਮ ਵਰਖਾ ਪੈ ਰਹੀ ਹੈ। ਜਿਹੜੇ ਗੁਰਮੁਖ ਜੋਤ ਦੇਖਦੇ ਨੇ ਇਹਨਾਂ ਨੂੰ ਪਤਾ ਕਿ ਤੁਸੀਂ ਦੇਖਦੇ ਹੋ ਨਾ, ਜਦੋਂ ਇਹਦੇ 'ਚ ਦੇਖਦੇ ਹੋ ਕਹਿੰਦੇ ਹੋ ਨਾ ਕਣੀਆਂ ਕਿੰਨੀਆਂ ਪੈ ਰਹੀਆਂ ਨੇ ਇਹਦੇ ਵਿੱਚ। ਜਿਹੜੇ ਗੁਰਮੁਖ ਜੋਤ ਦੇਖਦੇ ਨੇ ਇਹਨਾਂ ਨੂੰ ਪਤਾ।
ਇਹਦੇ ਵਿੱਚ ਵਰਖਾ ਪੈ ਰਹੀ ਹੈ। ਜਦੋਂ ਤੁਸੀਂ ਫਿਰ ਤੁਹਾਡੇ 10ਵੇਂ ਘਰ ਦੇ ਵਿੱਚ, ਇਸ ਸੱਚਖੰਡ ਦੇ ਵਿੱਚ, ਖਾਲੀ ਖਿਲਾ ਦੇ ਵਿੱਚ ਹਰ ਟਾਈਮ ਵਰਖਾ ਦਾ ਵੀ ਇੰਤਜ਼ਾਮ ਹੈ। ਉਹ ਸੂਖਮ ਮਨ ਨਾ ਸਕਦਾ ਉਹਦੇ 'ਚ। ਜਿਹੜਾ ਮਨ ਵਿਚਾਰਾਂ ਦੇ ਵਿੱਚ ਮੈਲਾ ਹੋ ਗਿਆ, ਉਹ ਸਹਿਜ ਸੁਭਾਏ ਨਾਮ ਨੂੰ ਪਕੜੋ ਤੇ ਜਿੱਥੇ ਵਰਖਾ ਪੈਂਦੀ ਹੈ ਇਸ ਪੁਆਇੰਟ ਦੇ ਵਿੱਚ ਮਨ ਨੂੰ ਲੈ ਆਓ, ਨਾਮ ਦੇ ਵਿੱਚ ਧਿਆਨ ਰੱਖੋ। ਇਹ ਵਰਖਾ ਤੁਹਾਡੇ ਮਨ ਦੇ ਉੱਤੇ, ਮਨ ਦੇ ਸੂਖਮ ਮਨ ਦੇ ਸਿਰ ਦੇ ਵਿੱਚ ਪਵੇਗੀ। ਸਿਰ ਦੇ ਵਿੱਚ ਇੰਨੀ ਵਰਖਾ ਪਵੇਗੀ ਕਿ ਤੁਸੀਂ ਜਿਹਨੂੰ ਕਹਿੰਦੇ ਨੇ ਰਾਮਦਾਸ ਸਰੋਵਰ ਨਹਾਤੇ ਸਭ ਲਾਥੇ ਪਾਪ ਕਮਾਤੇ। ਉਧਰੋਂ ਰਸ ਮੁੱਖ 'ਚ ਚੱਲੇਗਾ, ਉਧਰੋਂ ਅੰਮ੍ਰਿਤ ਵਰਖਾ, ਠੀਕ ਹੈ ਨਾ ਜੀ, ਜਿਹਨੂੰ ਕਹਿੰਦੇ ਨੇ ਝਿਮ ਝਿਮ ਵਰਖੇ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਨਾਲ ਸ਼ਬਦ ਨੂੰ ਸੁਣੀ ਜਾਂਦਾ, ਨਾਲ ਜਪੀ ਜਾਂਦਾ, ਉੱਤੇ ਵਰਖਾ ਪੈਂਦੀ, ਉਧਰੋਂ ਰਸ ਚੱਲਦਾ, ਮਨ ਸਾਰਾ ਧੁੱਪ ਜਾਏਗਾ। ਇਸ ਕਰਕੇ ਜੇ ਤੁਹਾਡੇ ਅੰਦਰ ਫੁਰਨਿਆਂ ਦਾ ਡਿਪਰੈਸ਼ਨ ਵੱਧ ਵੀ ਗਿਆ ਹੈ ਤੇ ਮੀਂਹ ਪਾ ਕੇ ਤੇ ਉਹਨੂੰ ਸੈੱਟ ਕਰ ਦਿਓ। ਤੇ ਮੀਂਹ ਕਿਵੇਂ ਪਾਉਣਾ ਤੁਹਾਨੂੰ ਦੱਸ ਦਿੱਤਾ। ਬ੍ਰਹਮਗਨ ਦੀ ਗਰਮੈਸ਼ ਦਿਓ, ਉਤੋਂ ਅੰਮ੍ਰਿਤ ਰਸ ਚੁੱਕੋ, ਸਹਿਜ ਦੇ ਵਿੱਚ ਸਿਮਰਨ ਕਰੋ, ਸਵਾਸਾਂ ਦਾ ਨੇਤਰਾ ਬਣਾ ਕੇ, ਠੀਕ ਹੈ ਜੀ। ਸਵਾਸਾਂ ਦੇ ਨੇਤਰੇ ਨਾਲ ਜਿਹੜਾ ਆ ਥੱਲੋਂ ਗਰਮੈਸ਼ ਪ੍ਰਗਟ ਹੋਏਗੀ, ਉਹ ਨਾਭੀ ਤੇ ਜਿਹੜਾ ਅੰਮ੍ਰਿਤ ਰਸ ਪਿਆ ਉਹ ਚੁੱਕਿਆ ਜਾਏਗਾ ਤੇ ਸਵਾਸਾਂ ਦੇ ਰਾਹੀਂ ਚੁੱਕ ਕੇ ਤੁਹਾਡੇ ਮੁੱਖ ਵਿੱਚ ਆਉਣਾ ਸ਼ੁਰੂ ਹੋ ਜਾਏਗਾ। ਪਵਨ ਪਿਆਲਾ ਸਾਜਿਆ, ਠੀਕ ਹੈ ਨਾ, ਜਿਹਨੂੰ ਕਹਿੰਦੇ ਨੇ ਏਕ ਜੋ ਬਾਤ ਅਨੂਪ ਬਣੀ ਹੈ ਪਵਨ ਪਿਆਲਾ ਸਾਜਿਆ। ਵੀ ਇਹ ਪਾਉਣ ਦੇ ਰਾਹੀਂ ਸਾਨੂੰ ਰਸ ਆ ਰਿਹਾ, ਤੇ ਬੱਦਲ ਕਿਹਦੇ ਰਾਹੀਂ ਆਉਂਦੇ ਆ? ਪਾਉਣ ਦੇ ਰਾਹੀਂ ਆਉਂਦੇ ਨੇ। ਸੋ ਇਹ ਚੀਜ਼ ਹੈ ਕਿ ਤੁਸੀਂ ਆਕਾਸ਼ ਤੱਤ ਨੂੰ ਜੇ ਸੈੱਟ ਰੱਖੋਗੇ ਤੇ ਤੁਹਾਨੂੰ ਫੁਰਨੇ ਨਹੀਂ ਆਉਣਗੇ। ਇੱਥੇ ਵਰਸ਼ਾ ਪਾਈ ਚੱਲਿਆ ਕਰੋ, ਠੀਕ ਹੈ ਨਾ ਜੀ। ਤੇ ਉਹਨੂੰ ਜਿਹਨੂੰ ਫਿਰ ਮਹਾਰਾਜ ਕਹਿੰਦੇ ਨੇ ਮੀਂਹ ਪਿਆ ਪਰਮੇਸ਼ਰ ਪਾਇਆ, ਆਉਂਦਾ ਨਾ, ਮੀਂਹ ਪਿਆ ਪਰਮੇਸ਼ਰ ਪਾਇਆ ਤੇ ਜੀ ਜੰਤ ਸਭ ਸੁਖੀ ਵਸਾਇਆ। ਇਸ ਤਰੀਕੇ ਤੁਸੀਂ ਮੀਂਹ ਪਾਉਣਾ ਹੈ ਅੰਦਰ। ਇਹ ਮੀਂਹ ਪਾਉਣ ਦੀ ਵੀ ਵਿਧੀ ਆਪਾਂ ਨੂੰ ਗੁਰਬਾਣੀ ਦੇ ਵਿੱਚ ਦੱਸੀ ਗਈ ਹੈ। ਜਿਵੇਂ ਬਾਹਰ ਮੀਂਹ ਪੈ ਕੇ ਸੰਤੁਲਨ ਠੀਕ ਹੋ ਜਾਂਦਾ ਹੈ, ਇਸ ਤਰੀਕੇ ਮੀਂਹ ਪਾਉਣਾ ਹੈ। ਦੇਖੋ ਇਹ ਸਾਰਾ ਖੇਲ ਹੀ ਪ੍ਰੈਕਟੀਕਲ ਦਾ ਹੈ। ਹੁਣ ਤੁਸੀਂ ਇਹ ਕਥਾ ਸੁਣ ਕੇ ਉਵੇਂ ਰਹਿ ਹੀ ਨਹੀਂ ਸਕਦੇ, ਤੁਸੀਂ ਆਖੋਗੇ ਕਿਉਂਕਿ ਕਥਾ ਹੀ ਪ੍ਰੈਕਟੀਕਲ ਦੀ ਹੈ। ਗੁਰਬਾਣੀ ਵਿੱਚ ਸਾਰਾ ਪ੍ਰੈਕਟੀਕਲ ਹੈ। ਹੁਣ ਤੁਸੀਂ ਆਖੋਗੇ ਵੀ ਭਾਈ ਸਾਹਿਬ ਨੇ ਦੱਸਿਆ ਸੀ ਮੀਂਹ, ਤੇ ਹੁਣ ਲੱਗੋ ਕਰੋ ਪ੍ਰੈਕਟੀਕਲ। ਜਿੰਨੀ ਦੇਰ ਤੱਕ ਮੀਂਹ ਪਾਉਣਾ ਨਹੀਂ ਸਿੱਖ ਲੈਂਦੇ, ਕੋਰਸ ਕਰੀ ਜਾਓ, ਪ੍ਰੈਕਟਿਸ ਕਰੀ ਜਾਓ, ਠੀਕ ਹੈ ਨਾ। ਇਹ ਤਾਂ ਸਭਨਾਂ ਦੇ ਲਈ ਹੈ, ਤੁਹਾਡੇ ਸਾਰਿਆਂ ਦੇ ਲਈ ਹੈ, ਕਿਸੇ ਇੱਕ ਦੇ ਲਈ ਨਹੀਂ। ਸੋ ਇਸ ਕਰਕੇ ਜੇ ਤੁਸੀਂ ਸ਼ਬਦ ਦੇ ਰਾਹੀਂ ਤੁਸੀਂ ਇਸ ਨੂੰ ਕੱਢਣਾ ਸਿੱਖ ਜਾਂਦੇ ਹੋ, ਤੇ ਮੇਨ ਖੇਲ ਇਹ ਹੈ ਕਿ ਹੁਣ ਆਪਾਂ ਜੇ ਤੁਸੀਂ ਇਹ ਵਿਧੀਆਂ ਨਹੀਂ ਲਾਉਂਦੇ ਤੇ ਉਸ ਤਰੀਕੇ ਗੁਰਬਾਣੀ 'ਚ ਕਹਿੰਦੇ ਨੇ ਅਸ ਪਵਨ ਹਸਤ ਅਸਵਾਰੀ। ਚਾਹੇ ਜਿੰਨੇ ਮਰਜ਼ੀ ਤੁਹਾਡੇ ਕੋਲ ਘੋੜੇ ਆ, ਊਂਠ ਆ, ਹਾਥੀਆਂ ਦੀ ਸਵਾਰੀ ਕਰਦੇ ਹੋ, ਚੋਆ ਚੰਦਨ ਸੇਜ ਸੁੰਦਰ ਨਾਰੀ। ਤੁਹਾਡੇ ਚੰਦਨ ਦੀ ਲੱਕੜ ਦੇ ਬੈੱਡ ਬਣੇ ਆ, ਸੇਜਾਂ ਬਣੀਆਂ ਨੇ, ਸੋਹਣੀਆਂ ਨਾਰੀਆਂ ਨੇ ਤੁਹਾਡੇ ਕੋਲ। ਨਟ ਨਾਟਕ ਅਖਾਰੇ ਗਾਇਆ, ਵੀ ਸੋਹਣੇ ਨਾਟਕ ਦੇਖਦੇ ਹੋ। ਜਿਵੇਂ ਅੱਜ ਕੱਲ੍ਹ ਆਪਾਂ ਟੀਵੀਆਂ ਤੇ ਦੇਖਦੇ ਹਾਂ, ਪਹਿਲਾਂ ਮਨੁੱਖ ਕਰਕੇ ਦਿਖਾਉਂਦੇ ਸੀਗੇ, ਟੀਵੀਆਂ ਤੇ ਨਾਟਕ ਦੇਖਦੇ ਹੋ, ਫਿਲਮਾਂ ਦੇਖਦੇ ਹੋ, ਅਖਾੜੇ ਵੇਖਦੇ ਹੋ, ਕੁਸ਼ਤੀ ਦਾ ਦੰਗਲ ਦੇਖਦੇ ਹੋ, ਗਾਣੇ ਗੀਤ ਸੁਣਦੇ ਹੋ। ਤੇ ਕਹਿੰਦੇ ਤਾਂ ਮੈਂ ਮਨ ਸੰਤੋਖ ਨਾ ਪਾਇਆ। ਜੋ ਮਰਜ਼ੀ ਕਰੀ ਜਾਓ, ਘੋੜੇ ਹੋਣ, ਗੱਡੀਆਂ ਸੋਹਣੀਆਂ ਹੋਣ, ਘਰ ਵਾਲੀ ਹੋਵੇ, ਘਰ-ਬਾਰ ਹੋਵੇ, LED ਤੇ ਫਿਲਮਾਂ ਦੇਖੀ ਜਾਓ, ਨਾਟਕ ਦੇਖੋ, ਸੰਤੋਖ ਨਹੀਂ ਹੈਗਾ ਇਹਨਾਂ ਚੀਜ਼ਾਂ ਵਿੱਚ। ਦੇਖੋ ਤੁਹਾਡੇ ਟੀਵੀ ਦਾ ਵੀ ਵਿੱਚ ਦੱਸਿਆ, ਗੀਤਾਂ ਦਾ ਵੀ ਵਿੱਚ ਦੱਸਿਆ, ਟੀਵੀ ਨਹੀਂ ਦੇਖਣਾ, ਠੀਕ ਹੈ ਨਾ। ਹੁਣ ਅਸੀਂ ਜਮੀ ਵੀ ਨਾ ਦੇਖੀ, ਕਿਉਂਕਿ ਇਹਦੇ ਵਿੱਚ ਸੰਤੋਖ ਹੀ ਹੈ ਨਹੀਂਗਾ। ਬਿਨ ਸੰਤੋਖ ਨਹੀਂ ਕੋਈ ਰਾਜੇ। ਦੇਖੀ ਜਾਓ, ਉਹਦੇ 'ਚ ਕੀ ਦੇਖੋਗੇ? ਉਹ ਤਾਂ ਝੂਠ ਦਾ ਖੇਲ ਕਰਕੇ ਦਿਖਾ ਰਿਹਾ ਕਾਲ, ਠੀਕ ਹੈ। ਕਈ ਜ਼ਰੂਰੀ ਗੱਲਾਂ ਹੁੰਦੀਆਂ, ਗੁਰਬਾਣੀ ਆਪਾਂ ਸੁਣ ਲੈਂਦੇ ਹਾਂ, ਜਾਂ ਕੋਈ ਵੈਸੇ ਜ਼ਰੂਰੀ ਗੱਲਾਂ ਉਹ ਅਲੱਗ ਹੈ। ਪਰ ਜਿਹੜੀਆਂ ਫਿਲਮਾਂ ਹੀ ਦੇਖੀ ਜਾਣੀਆਂ, ਗਾਣੇ ਹੀ ਸੁਣੀ ਜਾਣੇ, ਨਾਟਕ ਹੀ ਦੇਖੀ ਜਾਣੀਆਂ, ਤੇ ਉਹ ਕੀ ਤੁਸੀਂ ਕੱਢੋਗੇ ਉਹਦੇ ਵਿੱਚੋਂ? ਉਹ ਤਾਂ ਸਾਰਾ ਪੰਜਾਂ ਦਾ ਖੇਲ ਹੈ। ਉਹਦੇ ਵਿੱਚ ਤਾਂ ਦਵੈਤ ਦਿਖਾਇਆ ਜਾਂਦਾ, ਈਰਖਾ ਦਿਖਾਈ ਜਾਂਦੀ ਹੈ, ਝਗੜਾ ਦਿਖਾਇਆ ਜਾਂਦਾ। ਸੋ ਇਸ ਕਰਕੇ ਕਹਿੰਦੇ ਆ ਕਿ ਤੁਸੀਂ ਇਹਨਾਂ ਵਿੱਚ ਚੀਜ਼ਾਂ ਦੇ ਵਿੱਚ ਨਹੀਂ ਪੈਣਾ। ਹੁਣ ਫਿਰ ਆਪਾਂ ਨੂੰ ਮਹਾਰਾਜ ਕਹਿੰਦੇ ਪਏ ਨੇ, ਇਹ ਚਲੋ ਇਹ ਪੁਆਇੰਟ ਨਿਬੜਿਆ। ਹੁਣ ਇਸ ਤੋਂ ਬਾਅਦ ਆਪਾਂ ਸਿੱਖਣਾ ਆ ਕਿ ਜਿਹੜਾ ਮਨ ਹੈ ਉਹ ਸੰਤਾਂ ਦੀ ਸੇਵਾ ਕਰਦਾ ਹੋਇਆ ਕਿਸ ਤਰੀਕੇ ਉਹ ਸੱਚ ਤੀਕਰ ਪਹੁੰਚਦਾ। ਤਾਂ ਗੁਰਬਾਣੀ ਦੇ ਵਿੱਚ ਆਪਾਂ ਨੂੰ ਦੱਸਿਆ ਕਿ ਸਭ ਤੋਂ ਪਹਿਲਾਂ ਜੇ ਤੁਸੀਂ ਰੱਬ ਨੂੰ ਪਾਉਣਾ ਚਾਹੁੰਦੇ ਹੋ ਤਾਂ ਫਿਰ ਮਹਾਰਾਜ ਕਹਿੰਦੇ ਆ ਸਭ ਤੋਂ ਪਹਿਲਾ ਪੁਆਇੰਟ ਹੈ, ਆਸਾ ਰਾਗ ਦੇ ਵਿੱਚ ਇੱਕ ਕਹਾਣੀ ਦੱਸੀ ਹੈ, ਸੰਤਾਂ ਕੀ ਹੋਏ ਦਾਸਰੀ ਇਹ ਅਚਾਰਾ ਸਿੱਖਰੀ। ਸਭ ਤੋਂ ਪਹਿਲਾਂ ਸੰਤਾਂ ਦੇ ਦਾਸ ਹੋਣਾ ਪਏਗਾ, ਕਿਉਂਕਿ ਗੁਰਮੁਖ ਉਸ ਘਰ ਦੇ ਗੋਲੇ ਹੁੰਦੇ ਨੇ, ਸੰਤ ਉਸ ਘਰ ਦੇ ਗੋਲੇ ਨੇ, ਉਹ ਟੀਚਰ ਨੇ, ਕਿਉਂਕਿ ਉਹ ਉਸ ਘਰ ਦੇ ਵਿੱਚ ਵਿਚਰਦੇ ਨੇ। ਜਿਹੜਾ ਉਸ ਘਰ ਦੇ ਵਿੱਚ ਵਿਚਰਦਾ ਹੋਵੇ ਉਹੀ ਉਸ ਘਰ ਦਾ ਭੇਤ ਦੇ ਸਕਦਾ। ਜਿਹੜਾ ਵਿਚਰਦਾ ਹੀ ਨਹੀਂਗਾ ਉਸ ਘਰ ਦਾ ਭੇਤ ਕਿਵੇਂ ਦੇਵੇਗਾ? ਤਾਂ ਕਹਿੰਦੇ ਨੇ ਸਭ ਤੋਂ ਪਹਿਲਾਂ ਸੰਤਾਂ ਕੀ ਹੋਏ ਦਾਸਰੀ ਇਹ ਅਚਾਰਾ ਸਿੱਖਰੀ। ਇਹ ਆਚਾਰ ਇਹ ਤੁਹਾਨੂੰ ਸੁਭਾਅ ਬਣਾਉਣਾ ਪਏਗਾ। ਸੰਤਾਂ ਦੇ ਦਾਸ, ਉਹਦੇ ਦਾਸਾਂ ਦੇ ਦਾਸ ਹੋ ਜਾਓ। ਉਹਦੇ ਦਾਸ ਸੰਤ ਨੇ ਤੇ ਉਹਨਾਂ ਦੇ ਤੁਸੀਂ ਦਾਸ ਹੋ ਜਾਓ। ਸੰਤਾਂ ਤੋਂ ਗੁਣ ਪੁੱਛੋ, ਸੰਤਾਂ ਤੋਂ ਗੁਣ ਲਓ, ਪੁੱਛੋ ਸੰਤ ਮੇਰਾ ਠਾਕੁਰ ਕੈਸਾ। ਦੂਜਾ, ਸਗਲ ਗੁਣਾ ਗੁਣ ਉਤਮੋ ਭਰਤਾ ਦੂਰ ਨਾ ਪੇਖਰੀ।
ਸਭ ਤੋਂ ਵੱਡਾ ਗੁਣ ਇਹ ਧਾਰਨ ਕਰਨਾ ਪਏਗਾ, ਆਪਦੇ ਮਨ ਨੂੰ ਮਨਾਉਣਾ ਪਏਗਾ ਕਿ ਮੇਰਾ ਮਾਲਕ ਕਿਤੇ ਦੂਰ ਨਹੀਂ ਹੈਗਾ, ਉਹ ਮੇਰੇ ਅੰਗ ਸੰਗ ਹੈ। ਤੇ ਜਦੋਂ ਫਿਰ ਇਵੇਂ ਅੰਗ ਸੰਗ ਕਰੋਗੇ, ਸਭ ਤੋਂ ਪਹਿਲਾਂ ਤਾਂ ਭਉ ਆ ਜਾਏਗਾ, ਕਿਉਂਕਿ ਸੰਤਾਂ ਨੇ ਕਹਿਣਾ ਉਹ ਕਿਤੇ ਦੂਰ ਨਹੀਂ, ਤੁਹਾਡੇ ਅੰਦਰ ਬਾਹਰ ਵਸਿਆ ਹੋਇਆ। ਸਭ ਤੋਂ ਪਹਿਲਾਂ ਤਾਂ ਭਉ ਆਏਗਾ, ਮੈਂ ਨਿੰਦਿਆ ਨਾ ਕਰਾਂ, ਮੈਂ ਚੁਗਲੀ ਨਾ ਕਰਾਂ, ਮੈਂ ਦਵੈਤ ਨਾ ਕਰਾਂ। ਜੇ ਤੁਸੀਂ ਨਿੰਦਿਆ, ਚੁਗਲੀ, ਦਵੈਤ, ਈਰਖਾ ਕਰਦੇ ਹੋ, ਮਤਲਬ ਤੁਸੀਂ ਮਾਲਕ ਨੂੰ ਨਜ਼ਦੀਕ ਨਹੀਂ ਜਾਣਦੇ, ਤੁਸੀਂ ਹਜੇ ਰੱਬ ਨੂੰ ਸਮਝਿਆ ਹੀ ਨਹੀਂਗਾ ਵੀ ਉਹ ਸਾਡੇ ਨੇੜੇ ਆ। ਤੇ ਦੂਜਾ, ਜਦੋਂ ਮਾਲਕ ਨੂੰ ਨਜ਼ਦੀਕ ਕਰਕੇ ਸੁਣੋਗੇ ਤੇ ਸਾਡੇ ਅੰਦਰ ਭਉ ਆ ਜਾਏਗਾ ਮਾਲਕ ਦਾ ਕਿ ਅਸੀਂ ਈਰਖਾ, ਨਿੰਦਿਆ, ਦਵੈਤ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨਾ ਕਰੀਏ। ਦੂਜਾ, ਪਿਆਰ ਪੈ ਜਾਏਗਾ ਵੀ ਜੇ ਉਹ ਨੇੜੇ ਆ ਤੇ ਮੈਨੂੰ ਦਿਖਦਾ ਕਿਉਂ ਨਹੀਂਗਾ। ਠੀਕ ਹੈ, ਖੇਲ ਹੀ ਹੈ, ਪਿਆਰ ਦੀ ਹੈ, ਤੜਫ ਦੀ ਹੈ, ਚਾਓ ਦੀ ਖੇਲ ਹੈ। ਜਿਹਨੂੰ ਚਾਓ ਹੀ ਨਹੀਂ ਹੈਗਾ ਉਹ ਮਾਲਕ ਦੇ ਨਾਲ ਨਹੀਂ ਮਿਲ ਸਕਦਾ, ਚਾਹੇ ਉਹਦਾ 20 ਘੰਟੇ ਸਿਮਰਨ ਆ। ਜਦੋਂ ਮਨ 'ਚ ਪ੍ਰੇਮ ਹੀ ਨਹੀਂ ਹੈਗਾ ਮਾਲਕ ਲਈ, ਪਿਆਰ ਹੀ ਨਹੀਂ ਹੈਗਾ, ਤੇ ਉਹ ਸਿਮਰਨ ਕਰਦਾ ਪਿਆ ਤੇ ਹਉਮੈ ਦੇ ਵਸ ਹੀ ਕਰਦਾ ਪਿਆ, ਜਾਂ ਕਿਸੇ ਤ੍ਰਿਸ਼ਨਾ ਦੇ ਵਸ ਕਰਦਾ, ਜਾਂ ਲੋਭ ਮੋਹ ਦੇ ਵਸ। ਜਦੋਂ ਪਿਆਰ ਹੀ ਨਹੀਂ ਹੈਗਾ ਤੇ ਤੁਸੀਂ ਕੀ ਮਿਲੋਗੇ ਕਿਸੇ ਨੂੰ? ਠੀਕ ਹੈ ਨਾ। ਚਾਓ ਹੋਣਾ ਚਾਹੀਦਾ, ਪ੍ਰੀਤਮ ਦਾ ਪਿਆਰ ਹੋਣਾ ਚਾਹੀਦਾ, ਖਿੱਚ ਹੋਣੀ ਚਾਹੀਦੀ ਹੈ ਮਨ ਦੇ ਵਿੱਚ। ਤਾਂ ਕਹਿੰਦੇ ਸਭ ਤੋਂ ਪਹਿਲਾਂ ਇਹ ਗੁਣ ਹੋਣਾ ਚਾਹੀਦਾ ਕਿ ਮਾਲਕ ਨੂੰ ਅੰਗ ਸੰਗ, ਸਦਾ ਅੰਗ ਸੰਗੇ ਅਪੰਗੰ ਵਿਭੂਤੇ। ਤੀਜਾ, ਫਿਰ ਕਹਿੰਦੇ ਇਹ ਮਨ ਸੁੰਦਰ ਆਪਣਾ, ਹਰ ਨਾਮ ਮਜੀਠੈ ਰੰਗਰੀ। ਇਹ ਜਿਹੜਾ ਮਨ ਹੈ ਇਹ ਬਹੁਤ ਸੁੰਦਰ ਹੈ, ਪਰ ਇਹਦੇ ਉੱਤੇ ਮੈਲ ਚੜ ਚੁੱਕੀ ਹੈ। ਤੀਜਾ ਪੁਆਇੰਟ, ਤੇ ਹੁਣ ਇਹਨੂੰ ਨਾਮ ਦੇ ਨਾਲ ਤੁਸੀਂ ਰੰਗ ਕੇ ਇਹਦਾ ਸ਼ਿੰਗਾਰ ਕਰ। ਪਹਿਲਾ ਪੁਆਇੰਟ ਸੰਤਾਂ ਦੀ ਸੰਗ, ਦੂਜਾ ਪੁਆਇੰਟ ਮਾਲਕ ਨੂੰ ਅੰਗ ਸੰਗ ਜਾਣ ਕੇ ਉਹਦਾ ਭਉ ਤੇ ਪਿਆਰ ਮਨ 'ਚ ਵਸਾਉਣਾ, ਤੀਜਾ ਪੁਆਇੰਟ ਇਹ ਤੁਸੀਂ ਕਰਨੇ ਨੇ। ਇਹਨੂੰ ਕਥਾ ਨਾ ਸੁਣ ਕੇ ਛੱਡੋ, ਸਮਝ ਆਉਂਦੀ ਵੀ ਨਾ, ਇਹ ਕਰਨੇ ਨੇ ਇਹ ਚੀਜ਼ਾਂ। ਤੁਸੀਂ ਵੇਖੋ ਇਹ ਕਰਦੇ ਹੋ, ਜੇ ਨਹੀਂ ਕਰਦੇ ਤਾਂ ਕਰੋ। ਤੀਜਾ ਪੁਆਇੰਟ, ਹਰ ਉਹਨੂੰ ਨਾਮ ਦੇ ਮਜੀਠ ਦਾ ਰੰਗ ਚੜਾ, ਵੀ ਨਾਮ ਦੇ ਨਾਲ ਰੰਗੋ। ਠੀਕ ਹੈ, ਜਿਹਨੂੰ ਕਹਿੰਦੇ ਨੇ ਕਾਇਆ ਰੰਗਣ ਜੇਥੀਏ ਪਿਆਰੇ, ਪਾਈਏ ਨਾਉ ਮਜੀਠ। ਕਿਵੇਂ ਰੰਗਣਾ? ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਗੁਰੂ ਦਾ ਸ਼ਬਦ ਰਤਨ ਹੈ, ਹੀਰੇ ਕਿਹੜੇ? ਸਵਾਸਾਂ ਦੇ ਹੀਰੇ ਦੇ ਉੱਤੇ ਜੜੋ। ਸ਼ਬਦ ਰਤਨ ਜਿਤ ਮਨ ਲੱਗਾ, ਇਹ ਹੁਆ ਸੁਆਓ। ਜਿੰਦੇ ਸ਼ਬਦ ਦਾ ਰਤਨ ਫਿਰ ਮਨ ਦੇ ਵਿੱਚ ਵਸ ਗਿਆ, ਉਹ ਪ੍ਰਗਟ ਹੋ ਜਾਊਗਾ। ਠੀਕ ਹੈ ਨਾ, ਉਹ ਪ੍ਰਵਾਨ ਹੋ ਜਾਏਗਾ। ਤੇ ਜਿਹਨੇ ਸ਼ਬਦ ਦਾ ਸ਼ਿੰਗਾਰ ਹੀ ਨਹੀਂ ਕੀਤਾ ਤੇ ਉਵੇਂ ਆ ਕੇ ਮੇਰੇ 'ਚ ਬੜਾ ਸ਼ਿੰਗਾਰ ਹੈ, ਮੇਰੇ 'ਚ ਬੜੇ ਗੁਣ ਨੇ, ਤੇ ਮਹਾਰਾਜ ਕਹਿੰਦੇ ਆ ਸਹਿਜ ਸਿਆਣਪਾ ਲੱਖੋਂ ਮੈਂ ਤਾਂ ਇੱਕ ਨਾ ਚੱਲੇ ਨਾਲ। ਜਿੰਨੀਆਂ ਮਰਜ਼ੀ ਤੇਰੇ 'ਚ ਸਿਆਣਪਾ ਸੰਜਮ ਨੇ, ਬਹੁਤ ਮੈਨੂੰ ਪਤਾ ਵੀ ਤੂੰ ਸਿਆਣਾ ਹੈ। ਕਹਿੰਦੇ ਮੈਂ ਨਹੀਂ ਮੰਨਦਾ। ਸਿਆਣਪ ਕਿਹਦੀ ਦਿੱਤੀ ਆ? ਮਾਲਕ ਦੀ ਦਿੱਤੀ ਹੋਈ ਏ। ਉਹਦੀ ਦਿੱਤੀ ਚੀਜ਼ ਦੀ ਉਹਨੂੰ ਹੀ ਆਖੇ ਵੀ ਮੇਰੇ 'ਚ ਸਿਆਣਪ ਬਹੁਤ ਦਿੱਤੀ। ਕਹਿੰਦਾ ਦਿੱਤੀ ਕਿੰਨੇ ਆ? ਮੈਂ ਤਾਂ ਦੇਖਣਾ ਵੀ ਤੂੰ ਮੇਰਾ ਖਿੱਚ ਕਿੰਨੀ ਕੁ ਕਰਦਾ ਹੈ। ਉਹ ਸਿਆਣਪਾ ਨਹੀਂ ਦੇਖਦਾ, ਉਹ ਗੁਣ ਵੀ ਨਹੀਂ ਦੇਖਦਾ, ਉਗਣ ਵੀ ਨਹੀਂ ਦੇਖਦਾ। ਉਹਦਾ ਇਹ ਵੇਖਦਾ ਮੇਰੇ ਤੇ ਇਹਦੀ ਮੇਰੇ ਲਈ ਖਿੱਚ ਕਿੰਨੀ ਹੈ, ਬਸ। ਠੀਕ ਹੈ ਨਾ। ਤੇ ਹੋ ਸਕਦਾ ਜਿਹੜਾ ਔਗਣ ਹਾਰਾ ਹੋਵੇ, ਜਿਹੜਾ ਸਮਾਜ ਦੇ ਵਿੱਚ ਤਾਂ ਔਗਣ ਹਾਰਾ ਹੋ ਕੇ ਵਿਚਰਦਾ, ਪਰ ਪਤਾ ਨਹੀਂ ਉਹ ਦਿਲ ਦੇ ਵਿੱਚ ਕਿੰਨੀ ਕੁ ਖਿੱਚ ਰੱਖ ਕੇ ਮਾਲਕ ਦੀ ਭਗਤੀ ਕਰਦਾ ਹੋਵੇ। ਔਗਣ ਹਾਰੇ ਨੂੰ ਗੁਣ ਵਾਲੇ ਤੋਂ ਪਹਿਲਾਂ ਮਿਲ ਜਾਂਦਾ, ਜੇ ਉਹ ਮਾਲਕ ਦੀ ਖਿੱਚ ਰੱਖੇ ਤਾਂ। ਇੱਥੇ ਉਹ ਔਗਣ ਹਾਰਾ ਹੋਵੇ ਪਰ ਦਿਲ 'ਚ ਤੜਫ ਹੋਵੇ ਕਿ ਮੇਰੇ 'ਚ ਕਿੰਨੇ ਔਗਣ ਨੇ, ਸੱਚਿਆ ਮੈਨੂੰ ਬਖਸ਼ ਲੈ, ਤੇ ਮਾਲਕ ਦੀ ਕਰੀ ਜੇ, ਤੇ ਤੁਸੀਂ ਭਾਵੇਂ ਗੁਣਾਂ ਵਾਲੇ ਹੀ ਹੋ ਤੇ ਔਗਣ ਹਾਰਾ ਪਹਿਲਾਂ ਮਿਲ ਜਾਏਗਾ। ਰੱਬ ਤਾਂ ਪਿਆਰ ਵੇਖਦਾ, ਗੁਣ ਔਗਣ ਨਹੀਂ ਦੇਖਦਾ। ਸਮਝ ਆ ਗਈ? ਉਹਨੇ ਪਿਆਰ ਦੇਖਣਾ, ਤੁਹਾਡਾ ਮੁੱਖ ਨਹੀਂ ਦੇਖਣਾ। ਮੁੱਖ ਤਾਂ ਸਾਰੇ ਹੀ ਸੋਹਣੇ ਨੇ, ਠੀਕ ਹੈ ਜੀ। ਤੇ ਗੁਣ ਔਗਣ ਹਰੇਕ 'ਚ ਹੁੰਦੇ ਨੇ, ਕਿਸੇ 'ਚ ਕੋਈ ਗੁਣ ਹੈ, ਕਿਸੇ 'ਚ ਕੋਈ ਗੁਣ ਹੈ, ਤੇ ਇਹ ਵੀ ਕੋਈ ਖਾਸੀਅਤ ਨਹੀਂ। ਔਗਣ ਵੀ ਹਰੇਕ 'ਚ ਹੀ ਹੁੰਦੇ ਨੇ, ਠੀਕ ਹੈ, ਕਿਉਂਕਿ ਪਾਪ ਪੁੰਨ ਦੀ ਇੱਥੇ ਦੇਹੀ ਹੈ। ਪਾਪ ਪੁੰਨ ਤੋਂ ਤਾਂ ਇੱਥੇ ਸਾਰਾ ਸੰਸਾਰ ਚੱਲਦਾ ਪਿਆ। ਤੇ ਫਿਰ ਵੇਖੇਗਾ ਕਿ ਤੁਹਾਡੀ ਖਿੱਚ ਵੇਖਣਾ ਕਿੰਨਾ ਕੁ ਉਹਨੂੰ ਪਿਆਰ ਕਰਦਾ ਜੀ। ਤੁਸੀਂ ਪਿਆਰ ਕਰੋਗੇ ਤੁਹਾਨੂੰ ਬੁਲਾਈ ਜਾਓਗੇ ਸਾਰਾ ਦਿਨ, ਉਹਦਾ ਨਾਮ ਜਪੀ ਜਾਓਗੇ, ਉਹਦੀਆਂ ਗੱਲਾਂ ਕਰੀ ਜਾਓਗੇ, ਜਿੱਥੇ ਜਾਏ ਬਈਏ ਭਲਾ ਕਹੀਏ, ਹਿਕਮਤ ਹੁਕਮ ਕਮਾਈਏ। ਠੀਕ ਹੈ, ਇਹ ਤੀਜਾ ਪੁਆਇੰਟ ਹੈ। ਇਹ ਮਨ ਬਹੁਤ ਸੁੰਦਰ ਹੈ, ਪਰ ਇਹਦੇ ਉੱਤੇ ਜਿਹੜੀ ਫੁਰਨਿਆਂ ਦੀ ਮੈਲ ਲੱਗ ਗਈ ਹੈ, ਇਹਨੂੰ ਲਾ ਕੇ ਇਹਨੂੰ ਦੁਬਾਰਾ ਸ਼ਿੰਗਾਰ ਕਰੋ, ਵੱਧੋ ਵੱਧ ਅਭਿਆਸ ਕਰੋ ਨਾਮ ਦਾ। ਅੱਛਾ, ਚੌਥਾ ਪੁਆਇੰਟ ਕੀ ਹੈ? ਤਿਆਗ ਸਿਆਣਪ ਚਾਤਰੀ, ਤੂੰ ਜਾਣ ਗੋਪਾਲੈ ਸੰਗਰੀ। ਆਪ ਦੀ ਸਾਰੀ ਸਿਆਣਪ ਛੱਡਣੀ ਪਏਗੀ, ਚਤਰਾਈ ਛੱਡਣੀ ਪਏਗੀ। ਜੋ ਤੁਹਾਡੀ ਐਬਿਲਿਟੀ ਉਹ ਛੱਡੋ। ਜਿਵੇਂ ਗੁਰੂ ਅਮਰਦਾਸ ਜੀ ਇੰਨੇ ਵੱਡੇ ਜਿਹੜੇ ਸੀਗੇ, ਉਹ ਜਿਹੜੇ ਗਿਆਨੀ ਸੀਗੇ, ਇੰਨਾ ਉਹਨਾਂ ਨੂੰ ਜ਼ਿਆਦਾ ਗਿਆਨ ਸੀਗਾ ਕਿ ਉਹ ਹਰਿਦੁਆਰ ਹਰ ਸਾਲ ਜਾ ਕੇ ਜਿਹੜੇ ਆ ਉਹ ਗਿਆਨ ਗੋਸ਼ਟ ਜਿੱਤ ਕੇ ਆਉਂਦੇ ਸੀ। ਤ੍ਰੈ ਗੁਣਾ ਦਾ ਬਹੁਤ ਵੱਡੇ ਗਿਆਨੀ ਸੀਗੇ, ਸਾਰਾ ਉਹਨਾਂ ਨੂੰ ਗਿਆਨ ਸੀ, ਵੇਦਾਂ ਸ਼ਾਸਤਰਾਂ ਦਾ ਮੂੰਹ ਜ਼ਬਾਨੀ ਸਾਰਾ ਗਿਆਨ ਸੀ। ਪਰ ਉਹ ਕਹਿੰਦੇ ਵੀ ਜਦੋਂ ਦੂਜੇ ਪਾਤਸ਼ਾਹ ਦੇ ਨਾਲ ਕਰਾਰ ਹੋਇਆ ਤੇ ਉਹ ਕਹਿੰਦੇ ਤੁਸੀਂ ਗਿਆਨੀ ਬਹੁਤ ਵੱਡੇ ਹੋ, ਇਹ ਗਿਆਨ ਸਾਰਾ ਛੱਡਣਾ ਪਏਗਾ। ਇੱਥੇ ਤਾਂ ਤੁਸੀਂ ਤਨ ਮਨ ਧਨ ਸੌਂਪਣਾ ਹੈ, ਗੁਰੂ ਨੂੰ ਤਨ ਮਨ ਧਨ ਸੌਂਪ ਕੇ ਉਹਦੀ ਕਾਰ ਕਮਾਉਣੀ ਹੈ। ਜੇ ਗੁਰੂ ਫੁਰਨਾ ਦੇਵੇਗਾ ਤੇ ਉਹ ਕੰਮ ਕਰ ਲੈਣਾ,
नहीं देवेगा तो चुप बैठे रहना। तो ये हुण किवें पता लगे तुहाडे अंदर गुरु है, जदों दी गुरु की सेवा च हाज़र होवोगे सहज सुभाए पता लग जाता है भी गुरु किहड़ा काम करन लई कहिंदा पिया, किहड़ा काम करन लई रोकदा पिया। जदों गुरु की सेवा च नहीं हाज़र होए तो हुणे दसो भी गुरु किहड़ा काम कराउंदा किहड़ा नहीं कराउंदा, वो किवें दसीए? पहलां गुरु की सेवा च हाज़र होवो, सहज सुभाए हुकम च हो जाओगे। सो तां कहिंदे ने सारियां सियाणपां छड्डणीਆਂ पैणगीਆਂ, मनमत्ता छड्डणी पवेगी। प्रेम दा जिहदे विच आपां होर सौखा करिए किवें मनमत छड्डणी है, जिहनूं कहिंदे ने पहला मरण कबूल जीवन की छड्ड आस। हुण जे पहलां ही आखीए भी पहलां साडे बच्चे ठीक कर, साडा घर ठीक कर, पैसा दे, वीज़ा दे, अपणियां सानूं इधर दी माया दे, इधर दा सानूं सुख सहूलतां दे, ते इधर दा सानूं तूं साडे नबेड़ पहलां, ते फिर वो तां पहलों उहनूं आपदी सियाणप ते आपदियां मंगां तां आपां तां पहलां रख दित्ता, ते वो की तुसीं कीता? ਇਹ ਤਾਂ ਜੋ ਮਰਜ਼ੀ ਹੈ ਵੀ ਮੈਂ ਤੇਰੇ ਦਰ ਤੇ ਬੈਠਾ ਜੀ, ਹੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋਂ ਸਰਨਾਏ ਜੀ, ਉਹ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭ ਤੋਂ ਦੁੱਖ ਗਵਾਏ ਜੀ, ਉਹਦੀ ਆਸ ਰੱਖ ਕੇ ਬੈਠੇ ਰਹਿਣ। ਤਾਂ ਕਹਿੰਦੇ ਨੇ ਚੌਥਾ ਪੁਆਇੰਟ ਇਹ ਹੈ। ਇਹ ਵੇਖੋ ਪੁਆਇੰਟ ਹੀ ਨੇ ਇਸ ਸ਼ਬਦ ਦੇ ਵਿੱਚ 4 ਪੁਆਇੰਟ ਹੋ ਗਏ। ਹੁਣ 5ਵਾਂ ਪੁਆਇੰਟ ਹੈ ਭਰਤਾ ਕਹੈ ਸੋ ਮਾਨੀਐ ਇਹ ਸਿਗਾਰ ਬਣਾਏ ਦੀ। ਕਹਿੰਦੇ ਜੇ ਗੁਰੂ ਦੀ समझ लैनी चाहनी है, गुरु के हुक्म दे विच चलना चाहनी है, जो गुरमुख जन तैनूं कहिंदे ने, साधु जन उपदेश करते हैं, उन्हां दा बचन कमा। जिवें आपां रोज़ सच दे बचन ही सुना रहे हैं ना गुरबाणी दे, साधु जनां दे, इन्हां नूं कमाओ। तुसीं इन्हां बचनां नूं ही कमा लो ते लै क्यों ना मालक आवेगा। मालक उदों नहीं आउंदा जदों असीं संगत विच बैठ तां जाने आ, सुण तां लैने आ, पर कमाउंदे नहीं उहनूं। इत्थे तां कह दिंदे आ जिवें तुसीं आखोगे करांगे, पर जदों कहिंदे आ गुरमुख गुरबाणी का उपदेश देंदे आ, उहनूं आपां कमाउंदे ही नहीं कमाओगे रब नहीं मिलेगा। ठीक है। तो कहते दूजा भाओ वसारीए ये तंबोला खाए दी। कहते दूजा भाओ त्रै गुण का तेनों बिल्कुल नहीं प्यार होना चाहिए। देही तो लैके जिन्ना आकार देखदा है सूखम च स्थूल, यदा प्यार नहीं होना चाहिए, एक मालक का प्यार होना चाहिए। 6वां पॉइंट है। ठीक है। दूजा भाओ वसार गया, चाहे देही नूं कुछ हो जाए, चाहे नाल दे दी देही नूं कुछ हो जाए, चाहे पैसे च कुछ हो जाए, वो जदों जनून ही हो गया ना, जिवें हुण जिवें एक कामी है जिहड़ा, एक आपां प्यार दा पहलां शब्द 2-3 वारी कथा कर चुके हैं, फिर कर देंगे आपां भी जिवें कामी है वो कामण दे पिछे अन्ना हो जाता है, वो किसी दी लोक लज्जा नहीं रखदा, उहनूं सिर्फ उही देखदी है। जुआरी है वो जुए दे पिछे सारा कुछ गवा लैंदा भी शायद हुण भी आ जाए, शायद हुण भी आ जाए। ठीक है। जिहड़ी माँ है वो बच्चे विच ध्यान रखदी, उहनूं कोई तीजा नहीं दिखदा। इवें जिहड़े भगत ने वो तां सच च ध्यान रखदे ने, उहनां नूं दूजा कुछ भी नहीं विखदा। जे तुहानूं दूजा वेखदा है, जे तुसीं दूजा ते आपां तुसीं आम गल है, जे तुसीं आपदे दुकान ते नौकर रख लिया, ठीक है, वो तुहानूं कदे कह दिंदा यार मेरे को तो ये दुकान भीड़ी लगदी है, कदे तैनूं कह देगा यार तेरा पक्खा हौली चलदा, कदे कह देगा जी तुहाडा आ नहीं ठीक, तू की आखेंगा यार तेरा दिल नहीं हैगा, तू जा सकदा। जिहड़ा नौकर है, ठीक है, नौकर की तो हुक्म की, जोड़ा नौकर ही हो गया वो तेरे च ही नकोचा कढ़न लग गया। हुण आपां गुरमंत्र करने आ, वेखो जी इस तरह नहीं हुंदा जी, फुरने नहीं आउंदे जी, घंटा कर लईए बहुत है जी, इस तरह कर लईए बहुत है जी। ਉਹਦਾ नौकर की ते फुरना की, नौकर ਨੂੰ ਤਾਂ ਜੋ ਤੁਸੀਂ ਆਖੋਗੇ ਉਹਨੂੰ ਮੰਨਣਾ ਪਏਗਾ, ਤੇ ਜੇ ਨੌਕਰ ਹੀ ਤੁਹਾਨੂੰ ਹੀ ਸਲਾਹਾਂ ਦੇਣ ਲੱਗ ਪਏ ਤੇ ਤੁਸੀਂ ਆਖੋਗੇ ਭਾਊ ਜਾ ਤੇਰੀ ਛੁੱਟੀ। ਠੀਕ ਹੈ ਨਾ। ਨੌਕਰ ਤਾਂ ਉਹ ਹੁੰਦਾ ਵੀ ਜਿਹੜਾ ਚੁੱਪ ਕਰਕੇ ਬੈਠਾ ਰਵੇ। ਤੁਹਾਨੂੰ ਕਿਹੜਾ ਨੌਕਰ ਅੱਛਾ ਲੱਗਦਾ? ਉਹ ਚੁੱਪ ਕਰਕੇ ਬੈਠਾ ਹੈ, ਤੁਸੀਂ ਉਹਨੂੰ ਇੱਕ ਕੰਮ ਆਖਿਆ ਉਹ ਭੱਜ ਕੇ ਕਰਕੇ ਆ ਕੇ ਤੁਹਾਨੂੰ ਰਿਪੋਰਟ ਦਿੰਦਾ ਜੀ ਮੈਂ ਕਰਾਂ। ਤੁਸੀਂ ਦੂਜਾ ਆਖਿਆ, ਜਦੋਂ ਤੁਸੀਂ ਉਹਨੂੰ ਕੰਮ ਆਖਦੇ ਜੀ ਅੱਗੋਂ ਕਰੇ ਨਾ, ਇੱਕ ਵਾਰੀ ਵੇਖੋਗੇ, 2 ਵਾਰੀ ਵੇਖੋਗੇ, 3 ਵਾਰੀ ਇਹਨੂੰ ਕੰਮ ਆਖੀਦਾ ਕਰਦਾ ਨਹੀਂ, ਤੇ ਕਾਹਦਾ ਐਵੇਂ ਦਿਹਾੜੀ ਲਈ ਜਾਂਦਾ, ਚੱਲ ਬਈ ਛੁੱਟੀ ਤੇਰੀ। ਇਵੇਂ ਹੀ ਮਾਲਕ ਨੂੰ ਨੌਕਰ ਚਾਹੀਦੇ ਨੇ, ਉਹਦਾ ਸਿਮਰਨ ਕਰਨ, ਉਹਦੇ ਘਰ ਵਿੱਚ ਬੈਠੇ ਰਹਿਣ, ਜਿੰਨਾ ਕੰਮ ਆਖੇ ਉਹਨੂੰ ਕਰ ਦੇਵੇ। ਜਿਹੜਾ ਨੌਕਰ ਤੁਹਾਡੇ ਆਗਿਆਕਾਰੀ ਦੇ ਵਿੱਚ ਚੱਲਦਾ ਹੈ, ਤੇ ਫਿਰ ਇੱਥੇ ਤਾਂ ਚਲੋ ਦਿਹਾੜੀ 300-400 ਰੁਪਈਆ ਮਿਲਦੀ ਹੈ, ਉਹ ਤਾਂ ਕਹਿੰਦਾ ਦਿਹਾੜੀ ਦੇ ਵਿੱਚ ਤੈਨੂੰ ਸਾਰੇ ਖੰਡ ਬ੍ਰਹਿਮੰਡ ਦੇ ਦਿਆਂਗਾ ਮੈਂ, ਜੋ ਮਰਜ਼ੀ ਮੰਗ ਲਈ। ਠੀਕ ਹੈ। ਤੇ ਇਸੇ ਤਰੀਕੇ ਮਹਾਰਾਜ ਕਹਿੰਦੇ ਨੇ, ਪਰ ਇਹ ਨਹੀਂ ਵੀ ਦੂਜਾ ਪਿਆਰ ਨਹੀਂ ਹੋਣਾ ਚਾਹੀਦਾ। ਠੀਕ ਹੈ ਨਾ। ਆਮ ਤੌਰ ਤੇ ਆਪਾਂ ਨੌਕਰ ਰੱਖਦੇ ਹਾਂ ਤੇ ਆਪਾਂ ਦੇਖਦੇ ਹਾਂ ਵੀ ਇਹ ਬੰਦਾ ਕੱਲ ਨੂੰ ਇਹ ਨਾ ਹੋਵੇ ਨਾ ਵੀ ਮੁੜ ਕੇ ਆਪਾਂ ਨੂੰ ਆ ਕੇ ਪੈਸੇ ਹੀ ਮੰਗੀ ਜਾਏ ਜੀ, ਮੇਰੇ ਕੁੜੀ ਦਾ ਵਿਆਹ ਹੈ, ਮੇਰੇ ਭਰਾ ਦਾ ਵਿਆਹ ਹੈ, ਤੇ ਆਪਣੇ ਤੋਂ ਹੋ ਸਕਦਾ ਵੀ ਇਹ ਪੈਸੇ ਜ਼ਿਆਦਾ ਲੈ ਕੇ ਤੇ ਧੋਖਾ ਕਰਕੇ ਭੱਜ ਹੀ ਨਾ ਜਾਏ। ਆਪਾਂ ਇਹ ਵੀ ਤਾਂ ਵੇਖਦੇ ਹਾਂ ਵੀ ਨੌਕਰ ਇਮਾਨਦਾਰ ਹੋ, ਸਾਫ਼ ਬੰਦਾ ਰੱਖਿਓ, ਵੀ ਜਿਹੜਾ ਆਪਣੇ ਤੱਕ ਰਵੇ, ਆਪਦੇ ਖਾਣ ਪੀਣ ਤੱਕ ਰਵੇ, ਵੀ ਜ਼ਿਆਦਾ ਲਾਲਚੀ ਵੀ ਨੌਕਰ ਨਹੀਂ ਰੱਖੀਦੇ। ਇਵੇਂ ਮਾਲਕ ਵੇਖਦਾ ਮੇਰੇ ਦਰ ਤੇ ਬੈਠਾ ਰਵੇ ਤੇ ਇੱਥੇ ਰਿੱਧੀਆਂ ਸਿੱਧੀਆਂ ਮੰਗ ਕੇ ਇੱਧਰ ਦਾ ਸਾਰਾ ਨਪੇੜ ਕੇ ਤੇ ਮੁੜ ਕੇ ਆ ਕੇ ਸਤਿ ਸ੍ਰੀ ਅਕਾਲ ਜੀ। ਉਹ ਕਹਿੰਦਾ ਨਾ ਨਾ ਇਹ ਜੇ ਨਹੀਂ ਚਾਹੀਦੇ ਬੰਦੇ, ਬੰਦਾ ਪਹਿਲਾਂ ਪ੍ਰਤੀਤ ਕਰ ਲਓ ਵੀ ਇਹ ਬੰਦਾ ਆਪਣੇ ਲਾਇਕ ਦਾ ਵੀ ਹੈਗਾ ਕਿ ਨਹੀਂ।
ਇਹ ਸਾਰੇ ਤੁਹਾਡੇ ਤੇ ਆ, ਤੁਸੀਂ ਇਹ ਸਾਰਾ ਦੇਖਣਾ ਹੈ। ਮੈਂ ਤਾਂ ਜਿਵੇਂ ਤੁਸੀਂ ਕਰਦੇ ਹੋ ਐਵੇਂ ਹੀ ਮਾਲਕ ਕਰਦਾ। ਇਹ ਤਾਂ ਨੀਤ ਨੂੰ ਮੁਰੀਦਾਂ ਨੇ। ਤੁਹਾਡੀ ਨੀਤ ਜਿੰਨੀ ਸੁੱਚੀ ਹੋਵੇਗੀ ਮਾਲਕ ਉਨੀ ਛੇਤੀ ਆਵੇਗਾ। ਜਿੰਨੇ ਚਾਲੂ ਬਣੋਗੇ ਮਾਲਕ ਨਹੀਂ ਆਉਂਦਾ। ਸੰਤਾਂ ਅੱਗੇ ਚਾਲੂ ਬਣ ਜਾਓਗੇ, ਸੰਗਤ ਵਿੱਚ ਬੈਠ ਕੇ ਚਲਾਕੀਆਂ ਕਰ ਲਓਗੇ, ਆਪਦੇ ਮਨ 'ਚ ਕਰ ਲਓਗੇ, ਮਾਲਕ ਅੱਗੇ ਕਾਹਦੀ ਚਲਾਕੀ ਹੈ? ਉਹਨੇ ਆਉਣਾ ਹੀ ਨਹੀਂ। ਬੈਠੇ ਰਹੋ।